ਹੋਵੈ ਸਿਵਤ ਖਸਮਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵੇਸਾ। ਵਾਹਿਗੁਰੂ ਜੀ। ਬਸੰਤ ਮਹਿਲਾ ਪਹਿਲਾ। ਦਰਸ਼ਨ ਕੀ ਪਿਆਸ ਜਿਸ ਨਰ ਹੋਏ, ਏਕ ਤਰਾਚੈ ਪਰ ਹਰ ਦੋਏ। ਦਰਸ਼ਨ ਕੀ ਪਿਆਸ ਜਿਸ ਨਰ ਹੋਏ, ਏਕ ਤਰਾਚੈ ਪਰ ਹਰ ਦੋਏ। ਦੂਰ ਦਰਦ ਮਥ ਅੰਮ੍ਰਿਤ ਖਾਏ, ਗੁਰਮੁਖ ਬੂਝੈ ਏਕ ਸਮਾਏ। ਤੇਰੇ ਦਰਸ਼ਨ ਕਉ ਕੇਤੀ ਬਿਲ ਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਰਹਾਉ ਬੇਦ ਬਖਾਣ ਕਹੈ ਇਕ ਕਹੀਐ, ਉਹ ਬੇਅੰਤ ਅੰਤ ਕਿਨ ਲਹੀਐ। ਏਕੋ ਕਰਤਾ ਜਿਨ ਜਗ ਕੀਆ, ਬਾਝ ਕਲਾ ਧਰ ਗਗਨ ਰਹੀਆ। ਏਕੋ ਗਿਆਨ ਧਿਆਨ ਤੁਨ ਬਾਣੀ, ਏਕ ਨਿਰਾਲਮ ਅਕਥ ਕਹਾਣੀ। ਏਕੋ ਸ਼ਬਦ ਸੱਚਾ ਨੀਸਾਨ, ਪੂਰੇ ਗੁਰ ਤੇ ਜਾਣੇ ਜਾਣ। ਏਕੋ ਧਰਮ ਦ੍ਰਿੜੈ ਸਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਅਨਹਦ ਰਾਤਾ ਏਕ ਲਿਵਤਾਰ, ਓ ਗੁਰਮੁਖ ਪਾਵੇ ਅਲਖ ਅਪਾਰ। ਏਕੋ ਤਖਤ ਏਕੋ ਪਾਤਸ਼ਾਹ, ਸਰਬੀ ਥਾਈ ਵੇ ਪਰਵਾਹ। ਤਿਸ ਕਾ ਕੀਆ ਤ੍ਰਿਭਵਨ ਸਾਰ, ਉਹ ਅਗੰਮ ਅਗੋਚਰ ਏਕੰਕਾਰ। ਏਕਾ ਮੂਰਤ ਸਾਚਾ ਨਾਉ, ਤਿਥੈ ਨਿਬੜੈ ਸਾਚ ਨਿਆਉ। ਸਾਚੀ ਕਰਨੀ ਪਤ ਪਰਵਾਨ, ਸਾਚੀ ਦਰਗਹਿ ਪਾਵੈ ਮਾਨ। ਏਕਾ ਭਗਤ ਏਕੋ ਹੈ ਪਾਉ, ਬਿਨ ਪਹਿ ਭਗਤੀ ਆਵੋ ਜਾਓ। ਗੁਰ ਤੇ ਸਮਝ ਰਹਿ ਮੇਮਾਨ, ਹਰ ਰਸ ਰਾਤਾ ਜਨ ਪਰਵਾਨ। ਇਤ ਉਤ ਦੇਖੂੰ ਸਹਿਜੇ ਰਾਮੋ, ਤੁਝ ਬਿਨ ਠਾਕੁਰ ਕਿਸੈ ਨਾ ਪਾਵੋ। ਨਾਨਕ ਹਉ ਮੈਂ ਸ਼ਬਦ ਜਲਾਇਆ, ਸਤਿਗੁਰ ਸਾਚਾ ਦਰਸ ਦਿਖਾਇਆ। ਨਾਨਕ ਹਉ ਮੈਂ ਸ਼ਬਦ ਜਲਾਇਆ, ਸਤਿਗੁਰ ਸਾਚਾ ਦਰਸ ਦਿਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਅਮੋਲ ਬਚਨ ਬਸੰਤ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਅਮੋਲ ਮੁਖ ਵਾਕ ਦੇ ਰਾਹੀਂ ਸਾਨੂੰ ਗਿਆਨ ਦਿੱਤਾ ਹੈ
ਕਿ ਬਹੁਤ ਸਾਰੇ ਲੋਕ ਨੇ ਜਿਹੜੇ ਪਰਮਾਤਮਾ ਦਾ ਦਰਸ਼ਨ ਕਰਨਾ ਚਾਹੁੰਦੇ ਨੇ, ਰੱਬ ਦੇ ਨਾਮ ਨਾਲ ਜੁੜੇ ਹੋਏ ਨੇ ਬੇਅੰਤ ਲੋਕ। ਧਰਮ ਦੀ ਦੁਨੀਆ ਜਦੋਂ ਅਸੀਂ ਨਜ਼ਰ ਮਾਰਦੇ ਹਾਂ, ਬਹੁਤ ਇਹੋ ਜਿਹੀ ਆਸ ਲਾਈ ਬੈਠੇ ਨੇ ਕਿ ਜ਼ਿੰਦਗੀ ਵਿੱਚ ਸਾਨੂੰ ਰੱਬ ਮਿਲੇਗਾ, ਰੱਬ ਦੇ ਦਰਸ਼ਨ ਕਰਨੇ ਨੇ। ਔਰ ਰੱਬ ਦੇ ਦਰਸ਼ਨ ਕਰਨ ਦੇ ਲਈ ਕਈ ਤਰ੍ਹਾਂ ਦੇ ਸਾਧਨ ਪ੍ਰਾਣੀ ਕਰਦੇ ਨੇ। ਕੋਈ ਜੰਗਲਾਂ 'ਚ ਬੈਠ ਕੇ ਰੱਬ ਨੂੰ ਮਿਲਣਾ ਚਾਹੁੰਦਾ ਹੈ, ਕੋਈ ਤੀਰਥਾਂ 'ਤੇ ਬੈਠ ਕੇ ਮਿਲਣਾ ਚਾਹੁੰਦਾ ਹੈ। ਇਹ ਗੱਲ ਤਾਂ ਬਿਲਕੁਲ ਸੱਚ ਹੈ ਕਿ ਮਨੁੱਖਾ ਜ਼ਿੰਦਗੀ ਦਾ ਮਕਸਦ ਹੀ ਰੱਬ ਨੂੰ ਮਿਲਣਾ ਹੈ, ਰੱਬ ਦੇ ਦੀਦਾਰ ਕਰਨਾ ਹੈ। ਸਤਿਗੁਰੂ ਜੀ ਦੇ ਪਵਿੱਤਰ ਬਚਨ ਅਸੀਂ ਰੋਜ਼ ਪੜ੍ਹਦੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕੇਵਲ ਮਨੁੱਖਾ ਜ਼ਿੰਦਗੀ ਹੈ ਜਿੱਥੇ ਅਸੀਂ ਰੱਬ ਦੇ ਦੀਦਾਰ ਕਰ ਸਕਦੇ ਹਾਂ। ਪਰ ਜਦੋਂ ਅਸੀਂ ਧਰਮ ਗ੍ਰੰਥਾਂ ਨੂੰ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਪਰਮਾਤਮਾ ਨੂੰ ਨਿਰਾਕਾਰ ਕਿਹਾ ਗਿਆ ਕਿ ਉਹਦਾ ਆਕਾਰ ਹੀ ਕੋਈ ਨਹੀਂ ਹੈ। ਰੂਪ ਨਾ ਰੇਖ ਨਾ ਰੰਗ ਕੇ ਛਤਰੇ ਹੋ ਗੁਣ ਤੇ ਪ੍ਰਭ ਭਿੰਨ। ਪਰਮਾਤਮਾ ਦਾ ਕੋਈ ਰੂਪ ਨਹੀਂ, ਰੰਗ ਨਹੀਂ, ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਜਾਤ ਨਹੀਂ, ਪਾਤ ਨਹੀਂ। ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ ਹੈ। ਜੋ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹੋਏ, ਉਹਦਾ ਕੋਈ ਰੰਗ ਰੂਪ ਹੋ ਸਕਦਾ ਹੈ। ਹੁਣ ਜਿਹੜਾ ਨਿਰਾਕਾਰ ਹੈ, ਉਹਦੇ ਦਰਸ਼ਨ ਕਿਵੇਂ ਹੋਣਗੇ? ਦਰਸ਼ਨ ਕਰਨਾ ਤੇ ਹਰ ਕੋਈ ਚਾਹੁੰਦਾ ਹੈ। ਦਰਸ਼ਨ ਕਰਨਾ ਜ਼ਿੰਦਗੀ ਦਾ ਮਕਸਦ ਵੀ ਹੈ। ਪਰ ਉਹ ਨਿਰਾਕਾਰ ਦੇ ਦਰਸ਼ਨ ਕਿਵੇਂ ਹੋਣਗੇ? ਉਹਦੇ ਦਰਸ਼ਨ ਹੈ ਕੀ ਨੇ? ਇਹ ਗਿਆਨ ਮਨੁੱਖ ਦੇ ਪਾਸ ਨਹੀਂ ਹੈ। ਇਹੀ ਕਾਰਨ ਹੈ ਕਿ ਮਨੁੱਖ ਰੱਬ ਵਾਲੇ ਬੰਨੇ ਤੇ ਲੱਗੇ ਹੈ, ਪਰ ਰੱਬ ਦੇ ਦਰਸ਼ਨਾਂ ਦੇ ਨਾਂ ਤੇ ਉਹ ਬੰਦਿਆਂ ਦੇ ਦਰਸ਼ਨ ਕਰੀ ਜਾਂਦਾ ਹੈ। ਰੱਬ ਦੇ ਦਰਸ਼ਨਾਂ ਦੇ ਨਾਂ ਤੇ ਉਹਨੇ ਕਲਪਤ ਰੱਬ ਬਣਾਏ ਹੋਏ ਨੇ, ਆਪੋ ਆਪਣੀ ਮਰਜ਼ੀ ਦੇ ਰੱਬ ਬਣਾਏ ਹੋਏ ਨੇ। ਰੱਬ ਦੇ ਦਰਸ਼ਨ ਕੀ ਨੇ? ਉਹ ਰੱਬ ਦੇ ਦਰਸ਼ਨ ਕਿਵੇਂ ਹੋ ਸਕਦੇ ਨੇ? ਸਤਿਗੁਰੂ ਜੀ ਨੇ ਗੁਰਬਾਣੀ 'ਚ ਬੇਅੰਤ ਗਿਆਨ ਦਿੱਤਾ ਹੈ। ਗੁਰਦੇਵ ਜੀ ਨੇ ਇੱਕ ਬਚਨ ਕਿਹਾ, ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸ਼ੰਦੋ ਮਾਂ ਪੇਰੀ। ਇਹ ਅੱਖਾਂ ਸੰਸਾਰ ਨੂੰ ਦੇਖ ਸਕਦੀਆਂ ਨੇ ਸਾਡੀਆਂ, ਇਹ ਨਿਰੰਕਾਰ ਨੂੰ ਨਹੀਂ ਦੇਖ ਸਕਦੀਆਂ। ਨਿਰੰਕਾਰ ਨੂੰ ਦੇਖਣ ਲਈ ਸਤਿਗੁਰੂ ਜੀ ਕਹਿੰਦੇ ਅਖੜੀਆਂ ਬਿਆਨ, ਉਹ ਅੱਖਾਂ ਕੋਈ ਹੋਰ ਨੇ ਜਿਨ੍ਹਾਂ ਨਾਲ ਉਸ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ। ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਮੇਰੀ ਬਾਣੀ ਦੇ ਅੰਦਰ ਇੱਕ ਥਾਂ ਦੇ ਬਚਨ ਕਹੇ ਨੇ ਕਿ ਅੱਖੀਂ ਬਾਝੋਂ ਵੇਖਣਾ, ਅੱਖਾਂ ਤੋਂ ਬਿਨਾਂ ਉਹਨੂੰ ਦੇਖਾਂਗੇ ਤਾਂ ਤੇ ਉਹਦੇ ਦੀਦਾਰ ਹੋ ਜਾਣਗੇ। ਇਹ ਅੱਖਾਂ ਇੱਕ ਸਾਧਨ ਸਨ ਕਿ ਇਹਦੇ ਰਾਹੀਂ ਅਸੀਂ ਕੁਦਰਤ ਨੂੰ ਦੇਖਣਾ ਹੈ, ਪ੍ਰਕਿਰਤੀ ਨੂੰ ਦੇਖਣਾ ਹੈ। ਇਹਨਾਂ ਅੱਖਾਂ ਦੇ ਰਾਹੀਂ ਦੇਖਦਿਆਂ ਦੇਖਦਿਆਂ ਹੀ ਸਾਨੂੰ ਉਸ ਪ੍ਰਕਿਰਤੀ ਚੋਂ, ਕੁਦਰਤ ਚੋਂ, ਮਨੁੱਖਤਾ ਚੋਂ ਨਿਰਾਕਾਰ ਦੇ ਦੀਦਾਰ ਮਿਲਣੇ ਨੇ। ਇਹ ਅੱਖਾਂ ਸਾਧਨ ਨੇ, ਲੋੜ ਨੇ, ਜ਼ਰੂਰੀ ਨੇ, ਪਰ ਇਹ ਅੱਖਾਂ ਰੱਬ ਦੇ ਦੀਦਾਰ ਨਹੀਂ ਕਰਦੀਆਂ। ਸਤਿਗੁਰੂ ਜੀ ਕਹਿੰਦੇ ਲੋਇਣ ਸੁਰਤ ਕਰੇ, ਸੁਰਤ ਦੀਆਂ ਅੱਖਾਂ ਨਾਲ ਉਹਦੇ ਦੀਦਾਰ ਹੋ ਸਕਦੇ ਨੇ। ਹੁਣ ਸੁਰਤ ਦੀਆਂ ਅੱਖਾਂ ਨਾਲ ਉਹਦੇ ਦੀਦਾਰ ਕਿਵੇਂ ਹੋਣ? ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਈ ਥਾਂ ਤੇ ਬੜਾ ਸੁੰਦਰ ਸੰਵਾਦ ਰਚਿਆ। ਇੱਕ ਥਾਂ ਤੇ ਜਗਿਆਸੂ ਸਤਿਗੁਰੂ ਜੀ ਦੇ ਕੋਲ ਬੇਨਤੀ ਕਰਦਾ ਹੈ ਕਿ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ। ਜਗਿਆਸੂ ਕਹਿੰਦਾ ਸਤਿਗੁਰੂ ਜੀ ਇੱਕੋ ਹੀ ਸਾਡਾ ਪਿਤਾ ਹੈ, ਇੱਕੋ ਪਿਤਾ ਦੇ ਅਸੀਂ ਬੱਚੇ ਹਾਂ, ਤੁਸੀਂ ਮੇਰੇ ਗੁਰੂ ਹੋ। ਮੈਂ ਜਿਉ ਕਰਕੇ ਤੁਹਾਡੇ ਤੋਂ ਕੁਰਬਾਨ ਜਾਂਦਾ, ਬੇਨਤੀ ਕਰਦਾ ਕਿ ਮੈਨੂੰ ਵਾਹਿਗੁਰੂ ਦੇ ਦੀਦਾਰ ਕਰਾ ਦਿਓ, ਹਰੀ ਦੇ ਦਰਸ਼ਨ ਕਰਾ ਦਿਓ। ਤੇ ਸਤਿਗੁਰੂ ਜੀ ਨੇ ਜਿਸ ਵੇਲੇ ਜਗਿਆਸੂ ਦੀ ਬੇਨਤੀ ਸੁਣੀ ਕਿ ਪਾਮ ਮਲੋਵਾਂ ਮਲ ਮਲ ਧੋਵਾਂ ਇਹ ਮਨ ਤੈਕੂ ਦੇਸਾਂ। ਸੁਣ ਮੀਤਾ ਹਉ ਤੇਰੀ ਸਰਣਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾਂ। ਤੁਹਾਡੇ ਪੈਰ ਪਲੋਸਦਾ ਹਾਂ, ਮਲ ਮਲ ਕੇ ਧੋਂਦਾ ਹਾਂ, ਤੁਹਾਡੀ ਸ਼ਰਨ 'ਚ ਆ ਕੇ ਬੇਨਤੀ ਕਰਦਾ, ਉਹ ਉਪਦੇਸ਼ ਦਿਓ ਕਿ ਮੈਨੂੰ ਪ੍ਰਭੂ ਮਿਲ ਜਾਏ, ਮੈਨੂੰ ਪ੍ਰਭੂ ਦੇ ਦੀਦਾਰ ਹੋ ਜਾਣ। ਹੁਣ ਸਤਿਗੁਰੂ ਜੀ ਨੇ ਪ੍ਰਭੂ ਦੇ ਦੀਦਾਰ ਕਰਨ ਦੀ ਜੁਗਤ ਦਰਸਾਈ ਹੈ ਕਿ ਪ੍ਰਭੂ ਦੇ ਦੀਦਾਰ ਹੋਣੇ ਕਿਵੇਂ ਨੇ। ਪਰਮਾਤਮਾ ਤੇ ਸਰਵ ਵਿਆਪਕ ਹੈ, ਪਰਮਾਤਮਾ ਤੇ ਹਰ ਮਨੁੱਖ ਦੇ ਅੰਦਰ ਹੈ, ਬਾਹਰ ਹੈ, ਸਭ ਥਾਵਾਂ ਤੇ ਰਮਿਆ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਪਰਮਾਤਮਾ ਸਾਰੇ ਥਾਵਾਂ ਤੇ ਰਮਿਆ ਹੋਇਆ। ਉਸ ਪਰਮਾਤਮਾ ਦੇ ਦੀਦਾਰ ਹੁੰਦੇ ਕਿਵੇਂ ਨੇ? ਗੁਰਬਾਣੀ ਕਹਿੰਦੀ ਹਰ ਮਨੁੱਖ ਅੰਦਰ ਪਰਮਾਤਮਾ ਬੈਠਾ ਹੋਇਆ।
ਉਹਦੇ ਦੀਦਾਰ ਕਰਨ ਦੀ ਜੋਤ ਕੇ ਮਾਣ ਨਾ ਕੀਜੈ, ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰ ਪੀਜੇ, ਇਉਂ ਦਰਸ਼ਨ ਹਰ ਜੀਓ ਪਾਈਐ। ਸਤਿਗੁਰੂ ਜੀ ਕਹਿੰਦੇ ਜੇ ਉਸ ਪ੍ਰਮਾਤਮਾ ਦੇ ਦੀਦਾਰ ਕਰਨੇ, ਪਹਿਲੀ ਸ਼ਰਤ ਕੇ ਅੰਦਰੋਂ ਅਹੰਕਾਰ ਨੂੰ ਛੱਡ ਦੇ, ਮਾਣ ਨੂੰ ਤਿਆਗ ਦੇ, ਪ੍ਰਮਾਤਮਾ ਦੀ ਸ਼ਰਨ ਚ ਡਿੱਗ ਪੈ, ਸਮਰਪਣ ਕਰ ਦੇ। ਆਪਣਾ ਆਪ ਅਰਪਣ ਕਰਕੇ ਪ੍ਰਮਾਤਮਾ ਦੀ ਸਮਰਪਣ ਹੋ ਕੇ ਜਦੋਂ ਜੀਵਨ ਬਤੀਤ ਕਰੇਗਾ, ਇਉਂ ਦਰਸ਼ਨ ਹਰ ਜੀਓ ਪਾਈਏ। ਹਰ ਥਾਂ ਤੋਂ ਉਸ ਹਰੀ ਦੇ ਦੀਦਾਰ ਹੋ ਜਾਣਗੇ। ਪ੍ਰਮਾਤਮਾ ਸਰਬ ਵਿਆਪਕ ਹੈ। ਸਤਿਗੁਰੂ ਸਾਹਿਬ ਜੀ ਨੇ ਬਚਨ ਕਿਹਾ ਸੀ ਕਿ ਜੰਗਲਾਂ 'ਚ ਕਿਹਨੂੰ ਲੱਭਣ ਲਈ ਜਾਂਦੇ ਹੋ? ਪਰਮਾਤਮਾ ਤੇ ਤੁਹਾਡੇ ਅੰਦਰ ਹੈ, ਜਿਵੇਂ ਫੁੱਲ 'ਚ ਸੁਗੰਧੀ ਹੈ, ਜਿਵੇਂ ਦਰਪਣ 'ਚ ਤੁਹਾਡਾ ਬਿੰਬ ਹੈ, ਪਰਮਾਤਮਾ ਤੁਹਾਡੇ ਅੰਦਰ ਹੈ। ਪੋਹਪ ਮਦ ਜੋ ਬਾਸ ਬਸਤ ਹੈ, ਮੂਕਰ ਮਾਹੀ ਜੈਸੇ ਸ਼ਾਹੀ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਹੁਣ ਸੁਗੰਧੀ ਜਿਹੜੀ ਹੈ ਉਹਨੂੰ ਅਸੀਂ ਅੱਖਾਂ ਨਾਲ ਥੋੜ੍ਹਾ ਦੇਖ ਸਕਦੇ ਹਾਂ। ਸੁਗੰਧੀ ਨੂੰ ਅੱਖਾਂ ਨਾਲ ਨਹੀਂ ਦੇ ਸਕਦੇ, ਬਿਜਲੀ ਨੂੰ ਅਸੀਂ ਅੱਖਾਂ ਨਾਲ ਨਹੀਂ ਦੇ ਸਕਦੇ, ਬਿਜਲੀ ਨੂੰ ਅਸੀਂ ਹੱਥਾਂ ਨਾਲ ਨਹੀਂ ਫੜ ਸਕਦੇ। ਆਪਾਂ ਕਹਿੰਦੇ ਬਿਜਲੀ ਹੈਗੀ ਹੈ, ਕੋਈ ਕਹੇ ਦਿਖਾਓ ਬਿਜਲੀ ਕਿੱਥੇ ਹੈ, ਹੱਥਾਂ ਨਾਲ ਦਿਖਾਓ, ਫੜ ਕੇ ਦਿਖਾਓ, ਅੱਖਾਂ ਨਾਲ ਦਿਖਾਓ। ਅਸੀਂ ਕਹਿੰਦੇ ਪੱਖਾ ਚੱਲਦਾ ਹੈ ਨਾ, ਲਾਈਟ ਚੱਲ ਰਹੀ, ਇਹ ਬਿਜਲੀ ਹੈ। ਗੁਰਬਾਣੀ ਕਹਿੰਦੀ ਪ੍ਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦੇਖਿਆ ਜਾਣਾ, ਹੱਥਾਂ ਨਾਲ ਨਹੀਂ ਫੜਿਆ ਜਾਣਾ, ਉਹ ਅਗੰਮ ਹੈ, ਅਗੋਚਰ ਹੈ, ਅਦ੍ਰਿਸ਼ਟ ਹੈ। ਉਸ ਪ੍ਰਮਾਤਮਾ ਨੂੰ ਤੇ ਸਮਝਣਾ ਪਏਗਾ, ਜਾਣਨਾ ਪਏਗਾ। ਜਿੱਥੇ ਸਤਿਗੁਰੂ ਜੀ ਨੇ ਕਿਹਾ ਨਾ ਕਿ ਰੂਪ ਨ ਰੇਖ ਨ ਰੰਗ ਕਿ ਛਤਰੇ ਹੋ ਗੁਣ ਤੇ ਪ੍ਰਭ ਪਿੰਨ, ਅੱਗੇ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜਿਹਦੇ ਤੇ ਗੁਰੂ ਪ੍ਰਸੰਨ ਹੁੰਦਾ ਉਹਨੂੰ ਪ੍ਰਮਾਤਮਾ ਦੀ ਸੂਝ ਬੂਝ ਮਿਲ ਜਾਂਦੀ, ਸੋਝੀ ਮਿਲ ਜਾਂਦੀ। ਪ੍ਰਮਾਤਮਾ ਨੂੰ ਜਾਣਨਾ ਹੈ, ਪ੍ਰਮਾਤਮਾ ਨੂੰ ਪਹਿਚਾਨਣਾ ਹੈ। ਦੁਨਿਆਵੀ ਤੌਰ ਤੇ ਕੋਈ ਵੀ ਚੀਜ਼ ਹੈ ਨਾ, ਉਹਦੇ ਵਿੱਚ ਗਿਆਨ ਦੇ ਨਾਲ ਹੀ ਆਪਾਂ ਅੱਗੇ ਵੱਧ ਸਕਦੇ ਹਾਂ। ਡਾਕਟਰ ਬਣਨਾ ਹੈ, ਡਾਕਟਰ ਦੇ ਕੋਲ ਕੋਈ ਗਿਆਨ ਹੈ ਤਾਂ ਹੀ ਉਹ ਡਾਕਟਰ ਹੈ ਨਾ। ਕੋਈ ਇੰਜੀਨੀਅਰ ਹੈ, ਉਹਦੇ ਕੋਲ ਕੋਈ ਅਨੁਭਵ ਹੈ, ਉਹਦੇ ਕੋਲ ਕੋਈ ਗਿਆਨ ਹੈ ਤਾਂ ਉਹ ਇੰਜੀਨੀਅਰ ਹੈ। ਘਰਾਂ ਵਿੱਚ ਆਪਾਂ ਦੇਖਦੇ ਹਾਂ ਸਾਡੀਆਂ ਮਾਤਾਵਾਂ, ਬੀਬੀਆਂ, ਭੈਣਾਂ ਦਾਲ ਸਬਜ਼ੀ ਬਣਾਉਂਦੀਆਂ ਨੇ, ਉਹਨਾਂ ਕੋਲ ਇੱਕ ਅਨੁਭਵ ਹੈ, ਤਜਰਬਾ ਹੈ। ਉਹ ਦੇਖ ਕੇ ਦੱਸ ਦੇਣਗੀਆਂ ਦਾਲ ਸਬਜ਼ੀ ਕੱਚੀ ਹੈ, ਪੱਕੀ ਹੈ। ਇਹ ਦ੍ਰਿਸ਼ਟੀ ਜਦੋਂ ਸਾਨੂੰ ਮਿਲ ਗਈ, ਫਿਰ ਅਸੀਂ ਜਿੱਥੇ ਦੇਖਾਂਗੇ ਉੱਥੇ ਹੀ ਪ੍ਰਮਾਤਮਾ ਨਜ਼ਰ ਆਏਗਾ। ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪ੍ਰਮਾਤਮਾ ਨੂੰ ਜਾਣਨ ਦੇ ਲਈ ਕਰਨਾ ਕੀ ਹੈ? ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਰਾਹੀਂ ਸਾਨੂੰ ਬਖਸ਼ਿਸ਼ ਕੀਤੇ ਨੇ। ਆਓ ਆਪਾਂ ਮਿਲ ਕੇ ਸਤਿਗੁਰੂ ਜੀ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ 'ਚ ਜੁੜਦੇ ਹਾਂ, ਮੁੱਖ ਤੋਂ ਸਾਰੇ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਸੰਤ ਮਹਿਲਾ ਪਹਿਲਾ। ਦਰਸ਼ਨ ਕੀ ਪਿਆਸ ਜਿਸ ਨਰ ਹੋਏ। ਗੁਰੂ ਕੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1188 ਤੇ ਅੰਕਿਤ ਨੇ। ਗੁਰੂ ਨਾਨਕ ਸਾਹਿਬ ਜੀ ਦੇ ਇਸ ਮੁੱਖ ਵਾਕ ਦੀਆਂ ਜੋ ਕੇਂਦਰੀ ਮੁੱਖ ਪੰਕਤੀਆਂ ਨੇ, ਜਿਨ੍ਹਾਂ ਅੰਦਰ ਸ਼ਬਦ ਦਾ ਸੈਂਟਰਲ ਆਈਡੀਆ ਅੰਕਿਤ ਹੈ। ਸਾਹਿਬ ਕਹਿੰਦੇ ਤੇਰੇ ਦਰਸ਼ਨ ਕਉ ਕੀਤੀ ਬਿਲ ਲਾਏ, ਕਿ ਵਾਹਿਗੁਰੂ ਜੀ ਬੇਅੰਤ ਲੁਕਾਈ ਤੁਹਾਡੇ ਦਰਸ਼ਨਾਂ ਲਈ ਵਿਲਕ ਰਹੀ ਹੈ, ਤਰਲੇ ਲੈ ਰਹੀ ਹੈ, ਯਤਨ ਕਰ ਰਹੀ ਹੈ। ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ, ਪਰ ਕੋਈ ਵਿਰਲਾ ਬੰਦਾ ਜਿਹੜਾ ਹੈ ਨਾ ਉਹ ਤੁਹਾਨੂੰ ਪਹਿਚਾਣਦਾ ਹੈ। ਇੱਥੇ ਸਤਿਗੁਰੂ ਜੀ ਨੇ ਚੀਨਸ ਲਫ਼ਜ਼ ਵਰਤੇ। ਚੀਨਸ ਦਾ ਅਰਥ ਹੁੰਦਾ ਹੈ ਪਹਿਚਾਨਣਾ, ਸਮਝ ਲੈਣਾ। ਬਹੁਤ ਲੋਕੀ ਵਿਲਕ ਰਹੇ ਨੇ, ਤਰਲੇ ਲੈ ਰਹੇ ਨੇ, ਯਤਨਸ਼ੀਲ ਨੇ ਕਿ ਪਰਮਾਤਮਾ ਦੇ ਦਰਸ਼ਨ ਹੋ ਜਾਣ, ਪਰ ਕੋਈ ਵਿਰਲਾ ਵਿਅਕਤੀ ਗੁਰੂ ਕੇ ਸ਼ਬਦ ਨਾਲ ਜੁੜ ਕੇ ਵਾਹਿਗੁਰੂ ਜੀ ਤੁਹਾਨੂੰ ਜਾਣਦਾ ਹੈ, ਤੁਹਾਨੂੰ ਸਮਝਦਾ ਹੈ। ਜਿਨਨੇ ਪਰਮਾਤਮਾ ਗੁਰੂ ਪਾਸੋਂ ਗਿਆਨ ਲੈ ਲਿਆ ਨਾ, ਜਿਨਨੇ ਗੁਰੂ ਪਾਸੋਂ ਗਿਆਨ ਲੈ ਲਿਆ, ਉਹਨੂੰ ਤੇ ਸਾਰਿਆਂ 'ਚ ਪਰਮਾਤਮਾ ਨਜ਼ਰ ਆਉਂਦਾ। ਉਹ ਕਹਿੰਦਾ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀਂ। ਪਰਮਾਤਮਾ ਤੋਂ ਬਿਨਾਂ ਤੇ ਹੈ ਹੀ ਕੁਝ ਨਹੀਂ ਹੈ। ਸਭ ਗੋਬਿੰਦ, ਸਭ ਗੋਬਿੰਦ, ਸਾਰੇ ਥਾਵਾਂ ਤੇ ਗੋਬਿੰਦ ਹੀ ਗੋਬਿੰਦ ਰਮਿਆ ਹੋਇਆ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰੇ ਥਾਵਾਂ ਤੇ ਪਰਮਾਤਮਾ ਹੀ ਬੋਲ ਰਿਹਾ। ਇਹ ਤੇ ਜਿਦ ਕੋ ਸੋਝੀ ਹੈ ਨਾ, ਗਿਆਨ ਹੈ। ਸਤਿਗੁਰੂ ਜੀ ਕਹਿੰਦੇ ਕੋਈ ਵਿਰਲਾ ਬੰਦਾ ਗੁਰੂ ਕੇ ਸ਼ਬਦ ਰਾਹੀਂ ਪਰਮਾਤਮਾ ਨੂੰ ਪਹਿਚਾਣਦਾ ਹੈ, ਪਰਮਾਤਮਾ ਨੂੰ ਜਾਣਦਾ ਹੈ। ਚਾਹੁੰਦੇ ਸਾਰੇ ਨੇ ਕਿ ਪਰਮਾਤਮਾ ਨੂੰ ਮਿਲ ਜਾਈਏ, ਪਰਮਾਤਮਾ ਦੇ ਦੀਦਾਰ ਕਰ ਲਈਏ,
पर गुरु के ज्ञान तो बिना साडी सुरत का वो पद्धर नहीं बनना, वो लैवल नहीं बनना जिथे जाके असीं देख सकते कि सारे थावां ते परमात्मा है। परमात्मा तो कोई वखरा नहीं है। परमात्मा के नां ते बड़ियां मिथां बनाईयां ने। कोई कहंदा रब आकाश च रहिंदा है। हुण ज़्यादातर लोगों की ये धारणा है कि मरण तो बाद ही रब मिलना है, जिउंदे जी ते रब शायद मिल ही नहीं सकता। बहुते लोग मरण तो बाद रब नूं मिलण दी आस रखते हैं, जिहड़ा जिउंदे जी नहीं मिले वो मरण तो बाद कित्थों मिलेगा। बहुत लोगों ने रब अपनी अपनी मर्जी दे बनाए ते रब दा थां अपनी मर्जी दा नियत करता। कोई कहंदा रब सतवें आकाश च रहिंदा है, कोई कहंदा रब पूर्व वाले बन्ने रहिंदा उधर नूं मत्था टेकी जांदे, कोई कहंदा पच्छम वाले बन्ने रहिंदा उधर नूं मत्था टेकी जांदे ने। किसी ने खास थां ते रब नूं जाणिया है। ये धर्म अस्थान रब दे ज्ञान नूं प्राप्त करन लई ने। ये नहीं कि रब इत्थे वसदा ते बाकी थावां ते नहीं वसदा। धर्म स्थान ते आके रब की सोझी लैनी सी ते मनुख ने सोचा रब वजदा ही इत्थे है। ज़्यादातर देखोगे ना कोई बंदा देखेगा देखो जी रब के घर च खड़े इत्थे झूठ नहीं बोलना। हुण जे ये रब का घर है तो बाकी दुनिया रब का घर नहीं है, बाकी थावां ते झूठ बोलना जायज़ है कोई? ये तो सारी दुनिया रब का घर। गुरबाणी कहती है कि ये जग सच्चे की है कोठड़ी, सच्चे का विश्वास। ये सारी दुनिया ही रब का घर है। वो लोग बिल्कुल अत दर्जे के झूठे ने जिहड़े कहंदे जी देखो मैं धर्म स्थान से खड़ा झूठ नहीं बोलता, हर थां ते झूठ ही बोलते हैं। उन्होंने तो यकीन ना कर लेना। सारी दुनिया ही धर्मसाल है। राती रुती थिती वार पौन पानी अग्नि पताल तिस में धरती थाप रखी धर्मसाल। झूठ बोलना किते भी जायज़ नहीं। कोई ये कहे जी रब के घर च खड़े इत्थे झूठ नहीं बोलना, हालांकि रब के घर च बहुता बंदा झूठ बोलता है। जिन्ना धर्म स्थानां ते झूठ बोलिया जाता है, जिन्ना धर्म स्थानां ते झूठ की गल की जाती, माफ करना हो सकता होर किते ना होवे। इस करके मनुख ने धर्म नूं एक आसरा बना लिया झूठ बोलने का। धर्म के नां ते नियत कर लिया इधर रब है उधर रब है, इत्थे रब है उत्थे रब है, यह रब नूं मनदा है, नहीं मनदा। ये सिर्फ मिथां ने। परमात्मा सारे थावां ते है। सतगुरु साहब जी कहते कोई विरला बंदा गुरु के शब्द दे राहीं उस परमात्मा नूं पहचानदा है। उन्होंने पहचानना है, उन्होंने आपां समझना है। धर्म का संबंध ज्ञान नाल है। धर्म का संबंध कपड़ियां नाल नहीं है। धर्म का संबंध ये नहीं कि तुसीं किन्नी वारी कित्थे गए हो, किन्ने तुसीं पाठ कीते ने, की करदे हो तुसीं, इहदे नाल नहीं है। धर्म का संबंध है कि तुहानूं सोझी किन्नी कु है, ज्ञान किन्ना कु है। इस करके सतगुरु साहब जी कहते हैं कि कोई विरला बंदा गुरु के शब्द दे राहीं परमात्मा नूं पहचानदा है, चीनदा है, लभदा है, समझदा है। नहीं तो बहुत लोग ने जिहड़े तरले लै रहे कि रब दे आपां दीदार कर लीए। दर्शन की प्यास जिस नर होए, सतगुरु जी कहते जिस मनुख दे अंदर परमात्मा दे दर्शनां दी प्यास होवे, एकत राचे पर हर दोए, वो तो एक परमात्मा के प्यार च ही जुड़ जाता है। फिर भाव वो जिथे जाता है परमात्मा की गल करता है, किरत करदे भी परमात्मा के प्यार जुड़ता है। ये नहीं है कि वह किरत विरत छड्ड के लांभे हो जाता है। परिवार समाज जां कारोबार छड्ड के कभी भी रब के दीदार नहीं हो सकते। रब के दीदार करने का कितना वधिया तरीका सतगुरु जी ने दिता है। घाल खाए किछ हथों दे, नानक रहा पछाणे से। किरत करो, घालना करो, घालना करके फिर मनुखता दे विच वंड के छको। जिहड़ा घालना करदा है, कुछ हथों देण दी सोझी रखदा है, समझ रखदा है, वो रब दे राह नूं लभ लैंदा। हुण जिहड़ा सारी जिंदगी मंगदा ही रहिंदा है, मंगण वाला रब दे दीदार की करेगा। रब आप समुची मानवता दा दाता है, दाता। ते रब दे प्यार जुड़िया होया बंदा भी जिहड़ा ना वो दाता ही बन जाता है। वो मंगता नहीं बनता कि उत्थों मंग लो उत्थों मंग लो, किस दे आसरे ते रहो। धर्म की दुनिया च बहुते मंगते ही पैदा किए गए हैं कि उत्थे जाओ कि यह चीज़ मिल जाएगी, इत्थे किन्ने दिन जाओगे यह चीज़ मिल जाएगी। मंगते पैदा करने वाली बिरती है। मनुखी समाज नूं केवल पॉलिटिशनां ने ही नहीं, अखौती धार्मिक लोगों ने भी मंगते बना के रखिया होया है। उन्होंने अंदर एक हीण भावना भर दी कि उत्थे जाओगे तुहानूं यह मिलेगा, यह चीज़ इत्थों मिलेगी। हालांकि सब कुछ सारे थावां ते है, किते भी घट नहीं है। मनुख के अंदर ही सब कुछ है। गुरबाणी यह गल कहती मत विच रतन जवाहर माणक। हुण जिस मनुख के अंदर रतन ने, जवाहर ने, माणक ने, हीरे ने, उन्होंने किते मंगण की की लोड़ है। पर साडी हालत वो बन गई, नरपत एक सिंघासन सोया सुपने पिया भिखारी।
ਜਿਵੇਂ ਰਾਜਾ ਸਿੰਘਾਸਨ ਤੇ ਸੁੱਤਾ ਸੌਂ ਗਿਆ ਤੇ ਭਿਖਾਰੀ ਬਣ ਜਾਂਦਾ ਹੈ। ਅਸੀਂ ਰਾਜੇ ਸਾਂ, ਪਰ ਸਾਨੂੰ ਕੁਝ ਅਖੌਤੀ ਧਾਰਮਿਕ ਲੋਕਾਂ ਨੇ ਭਿਖਾਰੀ ਬਣਾ ਕੇ ਰੱਖ ਦਿੱਤਾ, ਧਰਮ ਦੇ ਨਾਂ ਤੇ ਭਿਖਾਰੀ ਬਣਾ ਦਿੱਤਾ। ਤੁਸੀਂ ਦੇਖਦੇ ਹੋ ਧਰਮ ਦੀ ਦੁਨੀਆ 'ਚ ਕਿੰਨੇ ਲੋਕ ਧਰਮ ਸਥਾਨਾਂ ਤੇ ਭਿਖਾਰੀ ਬਣ ਕੇ ਖੜੇ ਨੇ, ਬਾਹਰ ਖੜੇ ਨੇ, ਅੰਦਰ ਖੜੇ ਨੇ, ਧਰਮ ਦੇ ਨਾਂ ਤੇ ਸੋਚਦੇ ਸ਼ਾਇਦ ਇੱਥੋਂ ਕੁਝ ਮਿਲ ਜਾਏਗਾ। ਪਰਮਾਤਮਾ ਸਰਵ ਵਿਆਪਕ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਪਿਆਸ ਪੈਦਾ ਹੋ ਜਾਏ, ਲਗਨ ਪੈਦਾ ਹੋ ਜਾਏ ਨਾ, ਉਹ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਬੰਨੇ ਨਹੀਂ ਜਾਂਦਾ, ਹਮੇਸ਼ਾ ਪਰਮਾਤਮਾ ਦੇ ਪਿਆਰ 'ਚ ਹੀ ਜੁੜਿਆ ਰਹਿੰਦਾ। ਦੂਰ ਦਰਦ ਮਥ ਅੰਮ੍ਰਿਤ ਖਾਏ। ਜਿਵੇਂ ਅਸੀਂ ਦਹੀਂ ਰਿੜਕਦੇ ਹਾਂ ਨਾ, ਦਹੀਂ ਰਿੜਕ ਕੇ ਉਹਦੇ ਵਿੱਚੋਂ ਮੱਖਣ ਨਿਕਲ ਆਉਂਦਾ ਹੈ, ਲੱਸੀ ਵੱਖਰੀ ਹੋ ਜਾਂਦੀ ਹੈ। ਜਦੋਂ ਕੋਈ ਮਨੁੱਖ ਗੁਰੂ ਕੇ ਗਿਆਨ ਰਾਹੀਂ ਪਰਮਾਤਮਾ ਦੇ ਪਿਆਰ 'ਚ ਜੁੜ ਜਾਂਦਾ ਹੈ, ਫਿਰ ਨਾ ਬਿਲਕੁਲ ਇੱਦਾਂ ਜਿਵੇਂ ਮੱਖਣ ਨਹੀਂ ਲੱਭ ਲਿਆ ਜਾਂਦਾ, ਲੱਸੀ ਦੇ ਵੱਖਰੀ ਵੱਖਰੀ ਹੋ ਜਾਂਦੀ। ਮਨੁੱਖ ਦੇ ਕੋਲ ਇੱਕ ਗਿਆਨ ਹੁੰਦਾ, ਵਾਹਿਗੁਰੂ ਜੀ ਨੂੰ ਜਪਦੇ ਹਾਂ, ਉਹ ਸਾਰੇ ਥਾਵਾਂ ਤੋਂ ਜਿਵੇਂ ਮੱਖਣ ਨਹੀਂ ਲੱਭ ਲਈਦਾ, ਆਪਾਂ ਦੁੱਧ ਦੇ ਵਿੱਚੋਂ ਦਹੀਂ 'ਚੋਂ ਮੱਖਣ ਵੱਖਰਿਆ ਕਰ ਲਈਦਾ, ਇਵੇਂ ਸਾਰੇ ਥਾਵਾਂ ਤੋਂ ਪਰਮਾਤਮਾ ਨੂੰ ਦੇਖ ਲੈਂਦਾ। ਲੱਸੀ ਦਾ ਅਰਥ ਬਾਕੀ ਦੁਨੀਆ ਦੇ ਧੰਦਿਆਂ ਤੋਂ ਉਸ ਸੁਰਤ ਨੂੰ ਹਟਾ ਕੇ ਉਹ ਮੱਖਣ ਤੇ ਨਜ਼ਰ ਰੱਖਦਾ, ਪਰਮਾਤਮਾ ਤੇ ਨਜ਼ਰ ਰੱਖਦਾ। ਗੁਰਬਾਣੀ ਸਤਿਗੁਰੂ ਜੀ ਨੇ ਇੱਕ ਬਚਨ ਵੀ ਕਹੇ ਸਨ, ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ। ਭਾਂਡਾ ਧੋਏ ਬੈਸ ਤੂੰ ਦੇਵੋ, ਤੋ ਦੂਧੇ ਕੋ ਜਾਵੋ, ਦੂਧ ਕਰਮ ਫਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ। ਜਪੋ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ। ਮਨ ਨੂੰ ਈਟੀ ਦਾ ਅਰਥ, ਜਦੋਂ ਆਪਾਂ ਮਧਾਣੀ ਨਾਲ ਦੁੱਧ ਲਿਕਦੀਆਂ ਸਨ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ, ਮਧਾਣੀ ਨੂੰ ਇੱਕ ਰੱਸੀ ਨੇਤਰਾ ਜਿਹਨੂੰ ਕਹਿੰਦੇ ਪਾਇਆ ਹੁੰਦਾ, ਉਹਦੇ ਦੋਵਾਂ ਸਿਰਿਆਂ 'ਤੇ ਲੱਕੜੀ ਦੀਆਂ ਜੋ ਗੁੱਲੀਆਂ ਹੁੰਦੀਆਂ ਨੇ, ਗਿੱਟੀਆਂ ਹੁੰਦੀਆਂ ਨੇ, ਉਹਨਾਂ ਨੂੰ ਉਂਗਲਾਂ 'ਚ ਫਸਾ ਕੇ ਕਦੀ ਇੱਧਰ ਨੂੰ ਮਧਾਣੀ ਨੂੰ ਗੇੜਿਆ ਜਾਂਦਾ, ਕਦੀ ਇੱਧਰ ਨੂੰ। ਸਤਿਗੁਰੂ ਜੀ ਕਹਿੰਦੇ ਮਨ ਨੂੰ ਕਾਬੂ ਕਰ ਲਓ, ਇਹ ਮਨ ਈਟੀ ਹਾਥ ਕਰੋ, ਫਿਰ ਨੇਤਰੋਂ ਨੀਂਦ ਨਾ ਆਵੇ, ਮੁੜ ਕੇ ਤੁਹਾਡੇ ਮਨ ਉੱਪਰ ਮਾਇਆ ਦਾ ਪ੍ਰਭਾਵ ਨਾ ਪਵੇ। ਰਸਨਾ ਨਾਮ ਜਪੋ ਤਬ ਮਥੀ ਹੈ, ਰਸਨਾ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੋ, ਵਾਰੰਵਾਰ ਜਾਗ ਇਨ ਬਿਦ ਮਥੀਏ। ਇਸ ਤਰੀਕੇ ਨਾਲ ਮਥਿਆ ਰਿੜਕਿਆ ਜਾਏਗਾ ਸਭ ਕੁਝ। ਜਿਵੇਂ ਆਪਾਂ ਦਹੀਂ ਨੂੰ ਰਿੜਕਦੇ ਮਧਾਣੀ ਨਾਲ ਤੇ ਮੱਖਣ ਵੱਖਰਾ ਹੋ ਜਾਂਦਾ ਹੈ, ਇਹ ਦੁਨੀਆ ਦੇ ਵਿੱਚੋਂ ਜੇ ਰੱਬ ਦੇ ਦੀਦਾਰ ਕਰਨੇ ਨੇ, ਮਨ ਨੂੰ ਟਿਕਾ ਕੇ ਰਸਨਾ ਨਾਲ ਵਾਰੰਵਾਰ ਪਰਮਾਤਮਾ ਨੂੰ ਚੇਤੇ ਕਰੋ, ਮਨ ਨੂੰ ਜੋੜ ਕੇ। ਇਨ ਬਿਦ ਅੰਮ੍ਰਿਤ ਪਾਵੋ, ਇਵੇਂ ਤੁਹਾਨੂੰ ਸਾਰੇ ਥਾਵਾਂ ਤੋਂ ਅੰਮ੍ਰਿਤ ਮਿਲ ਜਾਏਗਾ। ਅੰਮ੍ਰਿਤ ਤਾਂ ਤੁਹਾਡੇ ਅੰਦਰ ਹੈ, ਸਾਰੇ ਥਾਵਾਂ 'ਤੇ ਵਿਆਪਕ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ, ਦੂਰ ਦਰਦ ਮਥ ਅੰਮ੍ਰਿਤ ਖਾਏ। ਮੱਥ ਮੇਣਾ ਰਿੜਕਣਾ, ਰਸਨਾ ਨਾਲ ਪਰਮਾਤਮਾ ਨੂੰ ਜਪਦਿਆਂ ਮਨੁੱਖ ਜਦੋਂ ਉਸ ਅੰਮ੍ਰਿਤ ਨੂੰ, ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹਦੇ ਸਾਰੇ ਦਰਦ ਦੂਰ ਹੋ ਜਾਂਦੇ ਨੇ। ਗੁਰਮੁਖ ਬੂਝੈ ਏਕ ਸਮਾਏ, ਪਰ ਇਹ ਸਮਝ ਗੁਰੂ ਰਾਹੀਂ ਮਿਲਦੀ। ਗੁਰਮੁਖ ਦੇ ਖੱਖੇ ਨੂੰ ਸਿਹਾਰੀ ਹੈ। ਗੁਰਮੁਖ, ਗੁਰੂ ਦੀ ਮੱਤ ਦੇ ਰਾਹੀਂ ਮਨੁੱਖ ਸਮਝ ਲੈਂਦਾ ਹੈ ਪਰਮਾਤਮਾ ਨੂੰ, ਫਿਰ ਪਰਮਾਤਮਾ 'ਚ ਹੀ ਜੁੜਿਆ ਰਹਿੰਦਾ ਹੈ। ਫਿਰ ਤੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਦੇਖੋ ਪਰਮਾਤਮਾ ਦੇ ਨਾਲ ਜੁੜਨੇ ਸੁਰਤ ਨੇ, ਸਰੀਰ ਨੇ ਤੇ ਕਿਰਤ ਕਰਨੀ ਹੈ, ਸਰੀਰ ਤੇ ਇੱਕ ਸਾਧਨ ਹੈ। ਸਰੀਰ ਕਿਰਤ ਕਰੇ, ਸੁਰਤ ਰੱਬ ਵਾਲੇ ਬੰਨੇ ਲੱਗੇ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਸ ਕਰਕੇ ਜਿੱਧਰ ਸੁਰਤ ਲੱਗ ਜਾਏਗੀ ਉਹੀ ਸਾਨੂੰ ਮਿਲ ਜਾਏਗਾ। ਸੁਰਤ ਰੱਬ ਵਾਲੇ ਬੰਨੇ ਜੋੜਨ ਦਾ ਤਰੀਕਾ ਗੁਰੂ ਦਾ ਸ਼ਬਦ ਹੈ, ਗੁਰੂ ਕੇ ਸ਼ਬਦ ਦਾ ਉਪਦੇਸ਼ ਹੈ। ਸਾਹਿਬ ਜੀ ਕਹਿੰਦੇ, ਇੱਕ ਵਾਹਿਗੁਰੂ ਜੀ ਨੂੰ ਸਮਝ ਕੇ ਮਨੁੱਖ ਇੱਕ ਪਰਮਾਤਮਾ ਵਿੱਚ ਹੀ ਸਮਾਇਆ ਰਹਿੰਦਾ ਹੈ। ਤੇਰੇ ਦਰਸ਼ਨ ਕਉ ਕੀਤੀ ਬਿਲ ਲਾਏ, ਬਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਬੇਅੰਤ ਲੋਕੀ ਵਿਲ ਲਾ ਰਹੇ ਨੇ, ਤਰਲੋ ਮੱਛੀ ਹੋ ਰਹੇ ਨੇ ਪਰਮਾਤਮਾ ਦੇ ਦੀਦਾਰ ਕਰਨ ਦੇ ਲਈ, ਪਰ ਕੋਈ ਵਿਰਲਾ ਗੁਰੂ ਕੇ ਸ਼ਬਦ ਦੇ ਰਾਹੀਂ ਉਸ ਪਰਮਾਤਮਾ ਦੇ ਦੀਦਾਰ ਕਰਦਾ, ਪਰਮਾਤਮਾ 'ਚ ਲਿਵਲੀਨ ਹੁੰਦਾ ਹੈ। ਰਹਾਉ ਵੇਦ ਵਖਾਣ ਕਹਿ ਇੱਕ ਕਹੀਐ। ਧਰਮ ਗ੍ਰੰਥ, ਵੇਦ ਜਿਹੜੇ ਨੇ, ਧਰਮ ਗ੍ਰੰਥ ਜਿਹੜੇ ਨੇ, ਉਹ ਵੀ ਰੱਬ ਦਾ ਵਖਿਆਨ ਕਰਦੇ ਨੇ, ਇੱਕ ਰੱਬ ਦੀ ਗੱਲ ਕਹਿੰਦੇ ਨੇ। ਉਹ ਬੇਅੰਤ ਅੰਤ ਕਿਨ ਲਹੀਐ। ਪਰਮਾਤਮਾ ਬੇਅੰਤ ਹੈ, ਉਹਦਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਏਕੋ ਕਰਤਾ ਜਿਨ ਜਗ ਕੀਆ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਇੱਕ ਪਰਮਾਤਮਾ ਹੀ ਹੈ ਜਿਹਨੇ ਦੁਨੀਆ ਬਣਾਈ ਹੈ। ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੁਨੀਆ ਨੂੰ ਬਣਾਉਣ ਵਾਲਾ ਨਹੀਂ ਹੈ। ਗੁਰਮਤਿ ਨਿਰੋਲ ਇੱਕ ਪਰਮਾਤਮਾ ਦੀ ਗੱਲ ਕਰਦੀ ਹੈ, ਹੋਰ ਕਿਸੇ ਸ਼ਕਤੀ ਨੂੰ ਨਹੀਂ ਮੰਨਦੀ ਕਿ ਇਹਨੇ ਬਣਾਇਆ, ਇਹ ਪਾਲ ਰਿਹਾ, ਇਹ ਮਾਰ ਰਿਹਾ।
ਗੁਰਬਾਣੀ ਕਹਿੰਦੀ ਕਿ ਕੇਵਲ ਇੱਕ ਪਰਮਾਤਮਾ ਹੀ ਸਾਰੇ ਜਗਤ ਦਾ ਧਰਤਾ ਹੈ। ਮਾਰੈ ਰਾਖੈ ਏਕੋ ਆਪ, ਮਾਨੁ ਕਹਿ ਕਿਛ ਨਹੀਂ ਯਾਦ। ਮਨੁੱਖ ਦੇ ਹੱਥ 'ਚ ਕੁਝ ਨਹੀਂ ਹੈ। ਸਾਹਿਬ ਜੀ ਕਹਿੰਦੇ ਬਾਜ ਕਲਾ ਧਰ ਗਗਨ ਧਰੀਆ। ਜਿਸ ਪਰਮਾਤਮਾ ਨੇ ਗਗਨ ਆਕਾਸ਼ ਜਿਹੜਾ ਹੈ ਨਾ, ਦੇਖੋ ਬਿਨ ਥੰਮਾ ਜਗਤ ਗਗਨ ਰਹਾਇਆ, ਬਿਨਾਂ ਥੰਮਾ ਤੋਂ ਆਕਾਸ਼ ਟਿਕਿਆ ਹੋਇਆ ਹੈ। ਧਰਤੀ ਕਿਹਦੇ ਆਸਰੇ ਤੇ ਟਿਕੀ ਹੈ? ਧਰਤੀ ਨੂੰ ਕਿਸ ਚੀਜ਼ ਦਾ ਆਸਰਾ ਥੋੜ੍ਹਾ। ਆਪਾਂ ਜਦੋਂ ਵਿਗਿਆਨ ਰਾਹੀਂ ਦੇਖਦੇ ਹਾਂ ਧਰਤੀ ਤੇ ਸਪੇਸ ਦੇ ਵਿੱਚ ਘੁੰਮ ਰਹੀ ਹੈ, ਇੱਧਰ ਉੱਧਰ, ਕਾਹਦੇ ਆਸਰੇ ਤੇ ਟਿਕੀ ਹੈ? ਸੂਰਜ ਕਾਹਦੇ ਆਸਰੇ ਤੇ ਟਿਕਿਆ? ਚੰਦਰਮਾ ਕਾਹਦੇ ਆਸਰੇ ਤੇ ਟਿਕਿਆ? ਹੋਰ ਅਨੇਕਾਂ ਹੀ ਗ੍ਰਹਿ ਨੇ, ਉਹ ਕਿਹਦੇ ਆਸਰੇ ਤੇ ਟਿਕੇ ਨੇ? ਬਿਨਾਂ ਕਿਸੇ ਆਸਰੇ ਤੋਂ ਟਿਕੇ ਨੇ। ਇਹ ਵਾਹਿਗੁਰੂ ਜੀ ਦੀ ਕਲਾ ਹੈ, ਪ੍ਰਮਾਤਮਾ ਦੀ ਰਚਨਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਸ ਪ੍ਰਮਾਤਮਾ ਨੇ ਬਾਝ ਕਲਾ ਧਰ ਗਗਨ ਧਰੀਆ, ਜਿਹਨੇ ਪ੍ਰਮਾਤਮਾ ਨੇ ਇਹ ਆਪਣੀ ਕਲਾ ਦੇ ਨਾਹੀਂ ਬਿਨਾਂ ਕਿਸੇ ਆਸਰੇ ਤੋਂ ਗਗਨ ਨੂੰ, ਆਕਾਸ਼ ਨੂੰ ਠਹਿਰਾਇਆ ਹੋਇਆ ਹੈ, ਧਰਿਆ ਹੋਇਆ ਹੈ। ਏਕੋ ਗਿਆਨ ਧਿਆਨ ਤੁਨ ਬਾਣੀ। ਉਸ ਪਰਮਾਤਮਾ ਦੇ ਪਿਆਰ 'ਚ ਜੁੜਨਾ ਹੀ ਸਭ ਤੋਂ ਵੱਡਾ ਗਿਆਨ ਹੈ। ਪਰਮਾਤਮਾ ਦਾ ਧਿਆਨ ਧਰਨਾ ਹੀ ਸਭ ਤੋਂ ਵੱਡਾ ਧਿਆਨ ਹੈ। ਗੁਰਬਾਣੀ ਰਾਹੀਂ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨਾ, ਪਰਮਾਤਮਾ ਦੇ ਪਿਆਰ ਜੁੜਨਾ, ਇਹੀ ਸਭ ਤੋਂ ਵੱਡਾ ਗਿਆਨ ਧਿਆਨ ਹੈ। ਏਕ ਨਿਰਾਲਮ ਅਕਥ ਕਹਾਣੀ। ਉਹ ਪਰਮਾਤਮਾ ਆਪ ਨਿਰਾਲਮ ਹੈ, ਨਿਰਾਲੰਬ ਕਹਿ ਲਓ, ਜਿਹਨੂੰ ਕਿਸੇ ਆਸਰੇ ਦੀ ਲੋੜ ਨਹੀਂ ਹੈ। ਪਰਮਾਤਮਾ ਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਹੈ, ਕਿਉਂਕਿ ਪਰਮਾਤਮਾ ਪੂਰਾ ਹੈ, ਅਸੀਂ ਅਧੂਰੇ ਹਾਂ। ਪਰਮਾਤਮਾ ਪੂਰਾ ਹੈ, ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਹੈ। ਤੇ ਉਹ ਜਿਹੜਾ ਪਰਮਾਤਮਾ ਹੈ ਉਹਦੀ ਕਹਾਣੀ ਅਕਥ ਹੈ, ਉਹਨੂੰ ਅਸੀਂ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੇ। ਏਕੋ ਸ਼ਬਦ ਸੱਚਾ ਨਿਸ਼ਾਨ। ਉਹ ਪਰਮਾਤਮਾ ਦਾ ਇੱਕੋ ਹੀ ਸ਼ਬਦ ਸਾਰੀ ਦੁਨੀਆ 'ਚ ਵਰਤ ਰਿਹਾ। ਨਿਸ਼ਾਨ ਕਹਿੰਦੇ ਨੇ ਰਾਹਦਾਰੀ ਨੂੰ। ਆਪਾਂ ਕਿਤੇ ਜਾਣਾ ਹੋਏ ਨਾ, ਰਾਹਦਾਰੀ ਲੈ ਲੈਂਦੇ, ਕੋਈ ਪਰਵਾਨਾ ਲੈ ਲੈਂਦੇ, ਚਿੱਠੀ ਲੈ ਲੈਂਦੇ। ਪਰਮਾਤਮਾ ਦਾ ਸ਼ਬਦ ਹੀ ਸਾਡੀ ਜ਼ਿੰਦਗੀ ਦੀ ਰਾਹਦਾਰੀ ਹੈ। ਜ਼ਿੰਦਗੀ ਦੇ ਅੰਦਰ ਸੁਖੀ ਹੋਣ ਦਾ ਤਰੀਕਾ ਜਿਹੜਾ ਹੈ ਨਾ, ਉਹ ਸਾਡੇ ਕੋਲ ਗੁਰੂ ਕਾ ਸ਼ਬਦ ਹੀ ਹੈ। ਪੂਰੇ ਗੁਰ ਤੇ ਜਾਣੇ ਜਾਣ। ਪੂਰੇ ਗੁਰੂ ਦੇ ਰਾਹੀਂ, ਪੂਰੇ ਗੁਰੂ ਕੇ ਸ਼ਬਦ ਦੇ ਰਾਹੀਂ ਸਾਨੂੰ ਉਸ ਪਰਮਾਤਮਾ ਦੀ ਸੋਝੀ ਮਿਲਦੀ ਹੈ। ਪੂਰੇ ਗੁਰੂ ਦਾ ਸ਼ਬਦ ਹੀ ਸਾਡੀ ਜ਼ਿੰਦਗੀ 'ਚ ਪਰਮਾਤਮਾ ਨਾਲ ਜੁੜਨ ਦੇ ਲਈ ਰਾਹਦਾਰੀ ਹੈ, ਜ਼ਿੰਦਗੀ ਨੂੰ ਸੁਖੀ ਬਣਾਉਣ ਦੇ ਲਈ ਇਹ ਪਰਵਾਨਾ ਹੈ। ਏਕੋ ਧਰਮ ਦ੍ਰਿੜੈ ਸੱਚ ਕੋਈ। ਸਤਿਗੁਰੂ ਸਾਹਿਬ ਜੀ ਕਹਿੰਦੇ ਏਕੋ ਧਰਮ। ਧਰਮ ਦਾ ਅਰਥ ਹੁੰਦਾ ਹੈ ਜ਼ਿੰਦਗੀ 'ਚ ਧਾਰਨ ਯੋਗ ਗੁਣ। ਧਰਮ ਦਾ ਅਰਥ ਕੱਪੜੇ ਕਿਤੇ ਵੀ ਨਹੀਂ ਹੈ ਕਿ ਇਹ ਚਿੱਟੇ ਕੱਪੜੇ ਪਾ ਲੈ ਤੇ ਫਲਾਣਾ ਧਰਮ ਹੈ। ਮਜ਼ਹਬ ਵੱਖਰੇ ਵੱਖਰੇ ਹੋ ਸਕਦੇ ਨੇ। ਜਿਵੇਂ ਅਸੀਂ ਕਿਸੇ ਸ਼ਹਿਰ 'ਚ ਜਾਣਾ ਹੈ ਨਾ, ਤੇ ਸ਼ਹਿਰ ਤੱਕ ਪਹੁੰਚਣ ਲਈ ਰਸਤੇ ਵੱਖਰੇ ਵੱਖਰੇ ਪਾਸਿਆਂ ਤੋਂ ਹੋ ਸਕਦੇ ਨੇ। ਕੋਈ ਉੱਤਰ ਵਾਲੇ ਬੰਨੇ ਤੋਂ, ਕੋਈ ਪੂਰਬ ਵਾਲੇ ਬੰਨੇ ਤੋਂ ਆ ਰਿਹਾ ਹੈ, ਪਰ ਉਹ ਸ਼ਹਿਰ ਇੱਕ ਹੀ ਹੈ, ਰਸਤੇ ਵੱਖਰੇ ਵੱਖਰੇ ਨੇ। ਧਰਮ ਇੱਕੋ ਹੀ ਹੈ ਸਾਰੀ ਦੁਨੀਆ ਦਾ। ਗੁਰਬਾਣੀ ਕਹਿੰਦੀ ਸਰਬ ਧਰਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਧਰਮਾਂ ਤੋਂ ਉੱਤਮ ਧਰਮ ਹੈ ਪਰਮਾਤਮਾ ਦਾ ਨਾਮ ਜਪਣਾ, ਪਰਮਾਤਮਾ ਦੇ ਪਿਆਰ ਵਿੱਚ ਜੁੜਨਾ। ਏਕੋ ਧਰਮ ਦ੍ਰਿੜੈ ਸੱਚ ਕੋਈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇੱਕੋ ਹੀ ਧਰਮ ਹੈ ਸਮੁੱਚੀ ਮਨੁੱਖਤਾ ਦਾ। ਜੇਕਰ ਕੋਈ ਉਸ ਸੱਚ ਧਰਮ ਨੂੰ ਦ੍ਰਿੜ ਕਰ ਲੇ। ਉਹ ਧਰਮ ਕੀ ਹੈ? ਪਰਮਾਤਮਾ ਦੇ ਪਿਆਰ 'ਚ ਜੁੜਨਾ। ਕੋਈ ਮੰਦਰ 'ਚ ਜਾ ਕੇ ਜੁੜ ਜਾਏ, ਕੋਈ ਮਸਜਿਦ ਜਾ ਕੇ ਜੁੜ ਜਾਏ, ਕੋਈ ਗੁਰਦੁਆਰੇ ਆ ਕੇ ਪਰਮਾਤਮਾ ਦਾ ਗਿਆਨ ਲੈ ਲੇ, ਪਰ ਉਹ ਜੁੜੇ ਪਰਮਾਤਮਾ ਦੇ ਨਾਲ। ਪਰਮਾਤਮਾ ਦੇ ਪਿਆਰ 'ਚ ਜੁੜਨਾ ਧਰਮ ਹੈ। ਕੇਵਲ ਗੁਰਦੁਆਰੇ ਬੈਠਣਾ ਧਰਮ ਨਹੀਂ ਹੈ, ਮੰਦਰ ਬੈਠਣਾ ਧਰਮ ਨਹੀਂ ਹੈ, ਜਾਂ ਮਸਜਿਦ ਬੈਠਣਾ ਧਰਮ ਨਹੀਂ ਹੈ। ਇਹ ਧਰਮ ਸਥਾਨ ਤਾਂ ਸਾਨੂੰ ਧਰਮ ਦਾ ਗਿਆਨ ਦਿੰਦੇ ਨੇ, ਸੋਝੀ ਦਿੰਦੇ ਨੇ। ਪਰ ਮਨੁੱਖ ਨੇ ਧਰਮ ਸਥਾਨਾਂ 'ਤੇ ਬੈਠਣ ਨੂੰ ਹੀ ਧਰਮ ਸਮਝ ਲਿਆ। ਅਸੀਂ ਸੋਚ ਲਿਆ ਕਿ ਜਿਹੜੇ ਧਰਮ ਸਥਾਨਾਂ 'ਤੇ ਬੈਠੇ ਉਹ ਬਹੁਤ ਧਰਮੀ ਹੋਣਗੇ, ਜਾਂ ਜਿਨ੍ਹਾਂ ਧਾਰਮਿਕ ਲਿਬਾਸ ਪਾਇਆ ਉਹ ਬਹੁਤ ਧਰਮੀ ਹੋਣਗੇ। ਸਤਿਗੁਰੂ ਜੀ ਕਹਿੰਦੇ ਨਹੀਂ, ਜ਼ਿੰਦਗੀ ਦਾ ਇੱਕੋ ਹੀ ਇੱਕ ਧਰਮ ਹੈ, ਸੱਚ ਨਾਲ ਜੁੜਨਾ, ਪਰਮਾਤਮਾ ਦੇ ਪਿਆਰ ਵਿੱਚ ਜੁੜਨਾ। ਏਕੋ ਧਰਮ ਦ੍ਰਿੜੈ ਸੱਚ ਕੋਈ। ਸਾਡੀ ਜ਼ਿੰਦਗੀ ਦਾ ਇੱਕੋ ਹੀ ਧਰਮ ਹੈ, ਸੱਚ ਨਾਲ ਜੁੜਨਾ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਉਸੀ ਵੀ ਸੱਚ। ਉਹ ਸਦਾ ਕਾਇਮ ਰਹਿਣ ਵਾਲੀ ਹਸਤੀ ਦੇ ਨਾਲ, ਪਰਮ ਪਿਤਾ ਪਰਮਾਤਮਾ ਨਾਲ ਜੁੜਨਾ ਸਾਡੀ ਜ਼ਿੰਦਗੀ ਦਾ ਧਰਮ ਹੈ। ਤੇ ਜੇਕਰ ਕੋਈ ਇਹ ਧਰਮ ਦ੍ਰਿੜ ਕਰ ਲੇ, ਗੁਰਮਤ ਪੂਰਾ ਜੁਗ ਜੁਗ ਹੋਈ। ਗੁਰੂ ਦੀ ਮੱਤ ਦੇ ਰਾਹੀਂ ਉਹ ਮਨੁੱਖ ਹਮੇਸ਼ਾ ਲਈ ਪੂਰਾ ਹੋ ਜਾਂਦਾ ਹੈ, ਅਡੋਲ ਹੋ ਜਾਂਦਾ ਹੈ। ਜੁਗ ਜੁਗ ਦਾ ਅਰਥ ਹੈ ਹਮੇਸ਼ਾ ਦੇ ਲਈ। ਪੂਰੇ ਦਾ ਅਰਥ ਹੁੰਦਾ ਪਰਫੈਕਟ। ਉਹ ਡੋਲਦਾ ਨਹੀਂ ਹੈ, ਦੁਖੀ ਨਹੀਂ ਹੁੰਦਾ, ਉਹਦੀ ਜ਼ਿੰਦਗੀ 'ਚ ਕੋਈ ਕਿਸੇ ਤਰ੍ਹਾਂ ਦਾ
ਦੁੱਖ ਦਰਦ ਰਹਿ ਨਹੀਂ ਜਾਂਦਾ ਜਿਹੜਾ ਬੰਦਾ ਗੁਰੂ ਦੇ ਮੱਤ ਦੇ ਰਾਹੀਂ ਇੱਕ ਧਰਮ ਨੂੰ ਸਮਝ ਲੇ। ਸਾਹਿਬ ਜੀ ਕਹਿੰਦੇ ਅਨਹਤ ਰਾਤਾ ਏਕ ਲਿਵਤਾਰ, ਉਹ ਬੰਦਾ ਅਨਹਤ ਦਾ ਅਰਥ ਹੁੰਦਾ ਇੱਕ ਰਸ ਲਗਾਤਾਰ, ਅਵਿਨਾਸੀ ਜਿਹਨੂੰ ਆਪਾਂ ਕਹਿੰਦੇ ਆ, ਉਹ ਫਿਰ ਸਦਾ ਉਸ ਅਵਿਨਾਸੀ ਪਰਮਾਤਮਾ 'ਚ ਜੁੜਿਆ ਰਹਿੰਦਾ ਹੈ। ਉਹ ਪਰਮ ਪਿਤਾ ਵਾਹਿਗੁਰੂ ਜੀ ਦੇ ਵਿੱਚ ਸਦਾ ਲਿਵਲੀਨ ਰਹਿੰਦਾ। ਲਿਵਤਾਰ ਦਾ ਅਰਥ ਹੁੰਦਾ ਲਗਾਤਾਰ ਉਹਦੀ ਸੁਰਤ ਜਿਹੜੀ ਹੈ ਉਹ ਪਰਮਾਤਮਾ ਜੁੜੀ ਰਹਿੰਦੀ ਹੈ। ਉਹ ਗੁਰਮੁਖ ਪਾਵੈ ਅਲਖ ਅਪਾਰ, ਉਹ ਗੁਰਮੁਖ ਦਾ ਅਰਥ ਹੈ ਕਿ ਗੁਰੂ ਦੀ ਮੱਤ ਜਿਹਨੇ ਧਾਰਨ ਕਰ ਲਈ। ਗੁਰੂ ਕੀ ਮੱਤ ਦੇ ਰਾਹੀਂ ਉਹ ਪ੍ਰਾਣੀ ਜਿਹੜਾ ਕੇਵਲ ਜ਼ਿੰਦਗੀ ਦੇ ਇੱਕ ਧਰਮ ਨੂੰ ਦ੍ਰਿੜ ਕਰਦਾ ਹੈ, ਜਿਹੜਾ ਸਮੁੱਚੀ ਮਾਨਵਤਾ ਦਾ ਧਰਮ ਹੈ, ਉਹ ਹੈ ਸੱਚ ਨਾਲ ਜੁੜਨਾ। ਜਿਹੜਾ ਇਸ ਸੱਚ ਧਰਮ ਨੂੰ ਗ੍ਰਹਿਣ ਕਰ ਲੈਂਦਾ ਹੈ ਉਹ ਗੁਰੂ ਦੀ ਮੱਤ ਦੇ ਜ਼ਿੰਦਗੀ 'ਚ ਪੂਰਾ ਹੋ ਜਾਂਦਾ ਹੈ। ਉਹ ਸਦਾ ਉਸ ਪ੍ਰਮਾਤਮਾ ਦੇ ਪਿਆਰ 'ਚ ਜੁੜਿਆ ਰਹਿੰਦਾ ਹੈ। ਗੁਰੂ ਦੇ ਮੱਤ ਦੇ ਰਾਹੀਂ ਉਹ ਅਲੱਖ ਅਪਾਰ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ। ਅਲੱਖ ਹੁੰਦਾ ਜਿਹਨੂੰ ਲਖਿਆ ਨਾ ਜਾ ਸਕੇ, ਜਾਣਿਆ ਨਾ ਜਾ ਸਕੇ। ਅਪਾਰ ਦਾ ਅਰਥ ਹੁੰਦਾ ਜਿਹਦਾ ਪਾਰਾਵਾਰ ਨਾ ਪਾਇਆ ਜਾ ਸਕੇ। ਉਹ ਪਰਮਾਤਮਾ ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜਿਹਨੂੰ ਕੋਈ ਅੱਜ ਤੱਕ ਜਾਣ ਨਹੀਂ ਸਕਿਆ, ਜਿਹੜਾ ਗੁਰੂ ਦੀ ਦੇ ਮੱਤ ਦੇ ਰਾਹੀਂ ਸੱਚ ਧਰਮ ਨੂੰ ਦ੍ਰਿੜ ਕਰਦਾ ਹੈ ਨਾ, ਉਸ ਪਰਮਾਤਮਾ ਨੂੰ ਜਾਣ ਲੈਂਦਾ, ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸੱਚ ਧਰਮ ਸਤਿਗੁਰੂ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਦਾ ਇੱਕੋ ਹੀ ਧਰਮ ਦੱਸਿਆ ਹੈ। ਹਿੰਦੂ ਦਾ ਕੋਈ ਧਰਮ ਵੱਖਰਾ ਨਹੀਂ ਹੈ, ਮੁਸਲਮਾਨ ਦਾ ਧਰਮ ਕੋਈ ਵੱਖਰਾ ਨਹੀਂ। ਇਹ ਗੱਲ ਵੱਖਰੀ ਹੈ ਕਿ ਧਰਮ ਦੀ ਵਿਆਖਿਆ ਨਹੀਂ ਦੱਸੀ ਗਈ ਆਪਾਂ ਨੂੰ। ਧਰਮ ਦਾ ਅਰਥ ਹੈ ਸੱਚ ਨਾਲ ਜੁੜਨਾ। ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ, ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਮੁਸਲਮਾਨ ਦੀ ਗੱਲ ਵੀ ਕੀਤੀ ਹੈ, ਬ੍ਰਾਹਮਣ ਦੀ ਗੱਲ ਵੀ ਕੀਤੀ ਹੈ, ਜੋਗੀ ਦੀ ਗੱਲ ਵੀ ਕੀਤੀ ਹੈ। ਜੋਗੀ ਕੌਣ ਹੈ, ਮੁਸਲਮਾਨ ਕੌਣ ਹੈ? ਸਤਿਗੁਰੂ ਜੀ ਨੇ ਜਦ ਮੁਸਲਮਾਨ ਦੀ ਗੱਲ ਕੀਤੀ, ਕਹਿਣਗੇ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਵੇ। ਮੁਸਲਮਾਨ ਬਣਨਾ ਬੜਾ ਔਖਾ ਹੈ। ਜੇ ਕੋਈ ਇਹ ਗੱਲਾਂ ਧਾਰਨ ਕਰ ਲਈ, 5 ਨਿਵਾਜਾ 5 ਵਕਤ 5 9 ਪਹਿਲਾ ਸੱਚ ਹਲਾਲ ਦੋ, ਤੀਜਾ ਖੈਰ ਖੁਦਾਏ, 5 ਨਿਵਾਜਾਂ ਕਿਹੜੀ ਪਹਿਲਾ ਸੱਚ ਧਾਰਨ ਕਰੇ ਜ਼ਿੰਦਗੀ ਦੇ ਅੰਦਰ, ਪਹਿਲਾ ਸੱਚ 5 ਨਿਵਾਜਾ 5 ਵਕਤ ਹਲਾਲ ਦੋਏ, ਦੂਜੀ ਗੱਲ ਜ਼ਿੰਦਗੀ 'ਚ ਹਲਾਲ ਦੀ ਕਿਰਤ ਕਰੇ, ਬੇਈਮਾਨੀ ਨਾ ਕਰੇ, ਠੱਗੀ ਠੋਰੀ ਨਾ। ਇਹ ਧਰਮ ਹੈ ਜ਼ਿੰਦਗੀ ਦਾ, ਹਰ ਮਨੁੱਖ ਦਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਬ੍ਰਾਹਮਣ ਨੂੰ ਵੀ ਕਿਹਾ ਕਿ ਬ੍ਰਾਹਮਣ ਦਾ ਧਰਮ ਕੀ ਹੈ। ਬ੍ਰਾਹਮਣ ਉਹ ਹੈ ਜਿਹੜਾ ਸਾਰੇ ਥਾਵਾਂ ਤੋਂ ਬ੍ਰਹਮ ਨੂੰ ਦੇਖ ਲੇ, 4 ਵਰਨਾ ਕੋ ਦੇ ਉਪਦੇਸ਼। ਇਹ ਨਹੀਂ ਕਿ ਇਹ ਬ੍ਰਾਹਮਣ ਹੈ, ਖੱਤਰੀ ਹੈ, ਸ਼ੂਦਰ, ਵੈਸ਼ ਦੇ ਨਾਂ ਤੇ ਲੜਾਈ ਦੁਨੀਆ ਨੂੰ ਜਾਏ, ਇਹ ਕੋਈ ਬ੍ਰਾਹਮਣ ਨਹੀਂ ਹੈ। ਇਹ ਤਾਂ ਬ੍ਰਾਹਮਣ ਦੇ ਨਾਂ ਤੇ ਪਖੰਡ ਹੈ। ਇਹ ਬ੍ਰਾਹਮਣ ਦੇ ਨਾਂ ਤੇ ਸਮਾਜ ਨੂੰ ਵੰਡੀਆਂ ਪਾਉਣ ਦਾ ਤਰੀਕਾ। ਬ੍ਰਾਹਮਣ ਦਾ ਅਰਥ ਹੈ ਜੋ ਬ੍ਰਹਮ ਵਿੱਚ ਲਿਵਲੀਨ ਹੋ ਗਿਆ, ਸੋਈ ਬ੍ਰਾਹਮਣ ਪੂਜਣ ਜੁਗਤ। ਉਸ ਬ੍ਰਾਹਮਣ ਨੂੰ ਤੇ ਸਤਿਗੁਰੂ ਜੀ ਨੇ ਨਮਸਕਾਰ ਕੀਤੀ, ਉਸ ਬ੍ਰਾਹਮਣ ਨੂੰ ਤੇ ਕਿਤੇ ਬੁਰਾ ਨਹੀਂ ਕਿਹਾ। ਪਰ ਜਿਹੜਾ ਬ੍ਰਾਹਮਣ ਦੇ ਨਾਂ ਤੇ ਮਨੁੱਖਤਾ 'ਚ ਵੰਡੀਆਂ ਪਾਉਂਦਾ, ਸਤਿਗੁਰੂ ਜੀ ਨੇ ਉਹਦੇ ਪ੍ਰਥਾਇਆ ਕਿ ਐਸੇ ਬ੍ਰਾਹਮਣ ਡੂਬੇ ਭਾਈ, ਨਿਰਾਪਰਾਧ ਚਿਤ ਵਹਿਮ ਬਰੇ ਆਈ। ਇਹੋ ਜਿਹੇ ਬ੍ਰਾਹਮਣ ਤੇ ਡੁੱਬ ਗਏ ਨੇ, ਦਰਅਸਲ ਬਿਨਾਂ ਹੀ ਕਾਰਨ ਤੋਂ ਮਨੁੱਖਤਾ ਦਾ ਨੁਕਸਾਨ ਕਰ ਰਹੇ ਨੇ, ਲੋਕਾਂ ਨੂੰ ਲੜਾ ਰਹੇ ਨੇ ਧਰਮ ਦੇ ਨਾਂ ਤੇ। ਮੈਂ ਬ੍ਰਾਹਮਣ ਹਾਂ, ਇਹ ਸ਼ੂਦਰ ਹੈ, ਇਹਨੂੰ ਮੰਦਰ ਆਉਣ ਦਾ ਅਧਿਕਾਰ ਨਹੀਂ ਹੈ, ਇਹਨੂੰ ਪੂਜਾ ਦਾ ਅਧਿਕਾਰ ਨਹੀਂ, ਇਹਨੂੰ ਧਰਮ ਦਾ ਅਧਿਕਾਰ ਨਹੀਂ। ਐਸੇ ਬ੍ਰਾਹਮਣ ਡੁੱਬੇ ਭਾਈ, ਇਹੋ ਜਿਹੇ ਬ੍ਰਾਹਮਣ ਤੇ ਡੁੱਬੇ ਹੋਏ ਨੇ, ਆਪ ਡੁੱਬੇ ਨੇ। ਆਪ ਡੁੱਬੇ ਚੋਂ ਬੇਦ में ਚੇਲੇ ਦੀਏ ਬਹਾਏ, ਚੇਲੇ ਵੀ ਡੁਬਾ ਦਿੱਤੇ ਉਹਨਾਂ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ ਧਰਮ ਹੈ ਸੱਚ ਨਾਲ ਜੁੜਨਾ, ਧਰਮ ਹੈ ਸੱਚ ਦੀ ਸੋਝੀ ਦੇਣਾ, ਧਰਮ ਹੈ ਜ਼ਿੰਦਗੀ 'ਚ ਸੱਚ ਦੀ ਕਿਰਤ ਕਰਨਾ, ਸੱਚ ਬੋਲਣਾ, ਸੱਚ ਸੁਣਨਾ, ਸੱਚ ਦਾ ਸਾਥ ਦੇਣਾ, ਇਹ ਧਰਮ ਹੈ। ਹੁਣ ਅਸੀਂ ਮਨੁੱਖੀ ਸਮਾਜ ਧਰਮ ਦਾ ਬੜਾ ਰੌਲਾ ਰੱਪਾ ਹੈ। ਪੋਲੀਟੀਸ਼ਨ ਵੀ ਧਰਮ ਦਾ ਆਸਰਾ ਲੈ ਕੇ ਗੌਰਮੈਂਟਾਂ ਖੜੀਆਂ ਕਰਦੇ ਨੇ ਕਿ ਅਸੀਂ ਧਰਮ ਦੀ ਗੱਲ ਕਰਾਂਗੇ, ਸਾਨੂੰ ਵੋਟਾਂ ਦਿਓ। ਤੇ ਮਨੁੱਖਤਾ ਜਿਹੜੀ ਗਿਆਨ ਤੋਂ ਵੀ ਹੋਣੀ ਹੈਗੀ, ਤੁਰੀ ਫਿਰਦੀ ਮਗਰ ਭੇਡਾਂ ਵਾਂਗੂ ਉਹਨਾਂ ਦੇ। 5 ਕੁ ਸਾਲ ਕੁੱਟ ਖਾਂਦੀ ਰਹਿੰਦੀ, ਫਿਰ ਦੂਜਿਆਂ ਮਗਰ ਲੱਗ ਜਾਂਦੀ, ਫਿਰ ਕੁੱਟ ਖਾਂਦੀ ਰਹਿੰਦੀ ਹੈ, ਫਿਰ ਦੂਜਿਆਂ ਮਗਰ ਲੱਗ ਜਾਂਦੀ ਹੈ। ਨਾਨਕ ਮੂਸੇ ਗਿਆਨ ਵੀ ਹੋਣੀ, ਗਿਆਨ ਤੋਂ ਵੀ ਹੋਣੀ। ਇਹ ਲੁਕਾਈ ਠੱਗੀ ਜਾ ਰਹੀ ਹੈ, ਕੁੱਟ ਖਾ ਰਹੀ। ਜਿੰਨਾ ਚਿਰ ਇਹ ਗਿਆਨ ਪ੍ਰਾਪਤ ਨਹੀਂ ਕਰੇਗੀ, ਇਸੇ ਤਰ੍ਹਾਂ ਹੀ ਮਾਰ ਖਾਂਦੀ ਰਹੇਗੀ। ਗੁਰਮਤਿ ਨੇ ਗਿਆਨ ਦਿੱਤਾ, ਇਹ ਗੱਲ ਚੇਤੇ ਰੱਖਿਓ। ਗੁਰਮਤਿ ਦੀ ਵਿਰੋਧਤਾ ਕਿਉਂ ਹੁੰਦੀ ਹੈ? ਸਭ ਤੋਂ ਜ਼ਿਆਦਾ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾੜੇ ਜਾਂਦੇ ਨੇ? ਕਿਉਂ ਗੁਰੂ ਸਾਹਿਬ ਜੀ ਨੂੰ ਤਤੀ ਤਵੀ ਤੇ ਸਾੜਿਆ ਗਿਆ? ਉਹਦਾ ਕਾਰਨ ਕਿ ਸਤਿਗੁਰੂ ਜੀ ਨੇ ਗਿਆਨ ਦਾ ਇੱਕ ਸੂਰਜ ਪੈਦਾ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਬਥੇਰੇ ਦੇਹਧਾਰੀ ਪੈਦਾ ਕੀਤੇ ਗਏ। ਕਈ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟਿਕਾ ਟਿਕਾ ਕੇ ਆਪਣੀ ਮੱਥਾ ਟਿਕਾਉਣ ਵਾਲੇ ਡੇਰੇ ਕਾਇਮ ਕਰ ਬੈਠੇ। ਉਹਦਾ ਕਾਰਨ ਸੀ ਕਿ ਮਨੁੱਖਤਾ ਨੂੰ ਗਿਆਨ ਹੀ ਨਾ ਮਿਲੇ। ਸਾਡੇ 'ਚ ਤਸਵੀਰਾਂ ਦੀ ਪੂਜਾ ਸ਼ੁਰੂ ਕਰ ਦਿੱਤੀ ਗਈ, ਮੂਰਤਾਂ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ, ਕਬਰਾਂ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ। ਉਹਦਾ ਕਾਰਨ ਹੈ ਕਿ ਗਿਆਨ ਨਾ ਮਿਲੇ ਲੋਕਾਂ ਨੂੰ।
ਗਿਆਨ ਗੁਰਬਾਣੀ ਚੋਂ ਮਿਲਣਾ। ਗੁਰਬਾਣੀ ਇਹ ਜਗ ਮਹਿ ਚਾਨਣ, ਗੁਰਬਾਣੀ ਗਿਆਨ ਦਾ ਸੂਰਜ ਹੈ। ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ ਤੁਹਾਨੂੰ ਸਭ ਰਾਜਨੀਤਿਕ ਤੰਤਰ ਦਾ ਪਤਾ ਲੱਗ ਜਾਏਗਾ ਕਿ ਕਿਹੋ ਜਿਹਾ ਤੰਤਰ ਹੈ। ਆਰਥਿਕ ਮੁਸ਼ਕਲਾਂ ਤੋਂ ਬਾਹਰ ਨਿਕਲਦਾ ਰਸਤਾ ਮਿਲ ਜਾਏਗਾ ਕਿ ਜ਼ਿੰਦਗੀ ਨੂੰ ਸੁਖੀ ਕਿਵੇਂ ਬਣਾਉਣਾ ਹੈ। ਔਰ ਮਨੁੱਖ ਦੀ ਸੋਚ ਸੁਤੰਤਰ ਹੋ ਜਾਏਗੀ। ਸੁਤੰਤਰ ਗੁਰਬਾਣੀ ਮਨੁੱਖ ਨੂੰ ਸੁਤੰਤਰਤਾ ਦਿੰਦੀ ਹੈ। ਸੁਤੰਤਰਤਾ ਹਰ ਮਨੁੱਖ ਦਾ ਅਧਿਕਾਰ ਹੈ, ਰੱਬ ਨੇ ਸੁਤੰਤਰਤਾ ਦਿੱਤੀ ਹੈ। ਹਰ ਮਨੁੱਖ ਸੁਤੰਤਰ ਵਿਚਰਨਾ ਚਾਹੀਦਾ। ਕੋਈ ਧਰਮ ਦੇ ਨਾਂ ਤੇ, ਕੋਈ ਕੀ ਰਾਜਨੀਤੀ ਦੇ ਨਾਂ ਤੇ ਕਿਸੇ ਨੂੰ ਗੁਲਾਮ ਬਣਾਉਣਾ ਹੈ ਤੇ ਜ਼ਿੰਦਗੀ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਇੱਕੋ ਧਰਮ, ਜ਼ਿੰਦਗੀ ਦਾ ਇੱਕੋ ਧਰਮ ਹੈ, ਸੱਚ ਨਾਲ ਜੁੜਨਾ। ਕੋਈ ਮੰਦਿਰ 'ਚ ਜਾ ਕੇ ਜੁੜ ਜਾਏ ਮੁਬਾਰਕ ਹੈ ਭਾਈ, ਪੂਜਨੀਕ ਹੈ। ਕੋਈ ਮਸਜਿਦ ਵਿੱਚ ਜਾ ਕੇ ਜੁੜ ਜਾਏ ਉਹ ਵੀ ਸਤਿਕਾਰਯੋਗ ਹੈ। ਕੋਈ ਗੁਰਦੁਆਰੇ ਜੁੜ ਜਾਏ ਉਹ ਵੀ ਸਤਿਕਾਰਯੋਗ ਹੈ। ਜੁੜੇ ਸੱਚ ਦੇ ਨਾਲ, ਫਿਰਕਾ ਪ੍ਰਸਤੀ ਨਾਲ ਨਾ ਜੁੜੇ। ਸਤਿਗੁਰੂ ਜੀ ਨੇ ਕਿਹਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਪਰਮਾਤਮਾ ਸਾਰੀ ਦੁਨੀਆ ਸੜ ਰਹੀ ਹੈ, ਈਰਖਾ ਦੀ ਅੱਗ 'ਚ, ਲੜਾਈਆਂ ਦੀ ਅੱਗ, ਨਫ਼ਰਤ ਦੀ ਅੱਗ ਵਿੱਚ, ਕ੍ਰੋਧ ਦੀ ਅੱਗ 'ਚ, ਤ੍ਰਿਸ਼ਨਾ ਦੀ ਅੱਗ, ਸਾਰੀ ਦੁਨੀਆ ਸੜ ਰਹੀ ਹੈ। ਆਪਾਂ ਦੇਖਦੇ ਹਾਂ ਬਾਬਾ ਦੇਖੇ ਧਿਆੰਤਰ ਜਲਤੀ ਸਭ ਪ੍ਰਿਥਵੀ ਦੇਸਾਈ, ਸਾਰੀ ਦੁਨੀਆ ਸੜ ਰਹੀ ਹੈ, ਘਰ ਘਰ ਇਹ ਅੱਗ ਹੈ। ਤੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਇਹਨਾਂ ਤੇ ਦਇਆ ਕਰ, ਇਸ ਸੜਦੇ ਬਲਦੇ ਜਗਤ ਦੇ ਜੀਵਾਂ ਨੂੰ ਬਚਾ ਲਾ। ਜਿੱਤ ਦੁਆਰੇ ਉਭਰੇ, ਉੱਥੇ ਨਹੀਂ ਕਿ ਗੁਰਦੁਆਰੇ ਆ ਕੇ ਬਚਣ, ਜਿੱਤ ਦੁਆਰੇ ਦਰਦ ਹੈ ਕਿ ਜਿਸ ਵੀ ਤਰੀਕੇ ਨਾਲ ਕੋਈ ਮੰਦਿਰ 'ਚ ਜਾ ਕੇ ਸੱਚ ਨਾਲ ਜੁੜ ਜਾਏ, ਕੋਈ ਮਸੀਤ ਜਾ ਕੇ ਸੱਚ ਨਾਲ ਜੁੜ ਜਾਏ, ਕਿਤੇ ਜੁੜ ਜਾਏ, ਬਚਾ ਲੈ ਇਸ ਦੁਨੀਆ ਨੂੰ, ਸੱਚ ਨਾਲ ਜੋੜ ਲੈ, ਸੱਚ ਦੇ ਮਾਰਗ ਤੇ ਦੁਨੀਆ ਚੱਲ ਪਏ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਗੁਰੂ ਕੋਲ ਆ ਕੇ ਇੱਕ ਸੱਚ ਧਰਮ ਨੂੰ ਗ੍ਰਹਿਣ ਕਰ ਲੈਂਦਾ ਹੈ ਉਹ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ, ਕਰ ਲੈਂਦਾ ਹੈ। ਏਕੋ ਤਖਤ ਏਕੋ ਪਾਤਸ਼ਾਹ, ਉਹ ਪ੍ਰਮਾਤਮਾ ਦਾ ਇੱਕੋ ਹੀ ਤਖਤ ਹੈ, ਇੱਕੋ ਹੀ ਪ੍ਰਮਾਤਮਾ ਇਸ ਤਖਤ ਤੇ ਬੈਠਾ ਹੋਇਆ ਹੈ। ਸਮੁੱਚੀ ਦੁਨੀਆ ਦਾ ਇੱਕ ਤਖਤ ਹੈ। ਇਹ ਗੱਲ ਵੱਖਰੀ ਹੈ ਕਿ ਮਨੁੱਖੀ ਸਮਾਜ ਵੰਡਿਆ ਗਿਆ ਦੇਸ਼ਾਂ ਦੇ ਨਾਂ ਤੇ, ਰਾਜਾਂ ਦੇ ਨਾਂ ਤੇ। ਆਪਾਂ ਦੇਖਦੇ ਵੱਖਰੇ ਵੱਖਰੇ ਤਖਤ ਬਣਾਏ ਨੇ। ਚਲੋ ਇਹ ਰਾਜਨੀਤਿਕ ਪ੍ਰਬੰਧ ਨੂੰ ਚਲਾਉਣ ਦੇ ਲਈ ਇਹ ਸਿਸਟਮ ਬਣੇ ਨੇ, ਮਾੜੇ ਨਹੀਂ ਸਨ। ਧਰਮਾਂ ਦੇ ਨਾਂ ਤੇ ਬੰਦਾ ਵੰਡਿਆ ਗਿਆ, ਧਰਮਾਂ ਦੇ ਨਾਂ ਤੇ ਤਖਤ ਵੱਖਰੇ ਵੱਖਰੇ ਬਣ ਗਏ, ਇੱਕ ਇੱਕ ਧਰਮ 'ਚ ਕਈ ਕਈ ਤਖਤ ਬਣ ਗਏ। ਤਖਤ ਇੱਕੋ ਹੀ ਹੈ ਪ੍ਰਮਾਤਮਾ ਦਾ। ਜਿਹੜਾ ਸਾਨੂੰ ਸਤਿਗੁਰੂ ਜੀ ਨੇ ਫਲਸਫਾ ਦਿੱਤਾ ਹੈ ਅਕਾਲ ਤਖਤ। ਅਕਾਲ ਤਖਤ ਕੋਈ ਬਿਲਡਿੰਗ ਨਹੀਂ ਹੈ। ਅਕਾਲ ਦਾ ਅਰਥ ਜਿਹੜਾ ਕਾਲ ਦੇ ਅਧੀਨ ਨਾ ਹੋਏ, ਜਿਹਦੇ ਤੇ ਕਾਲ ਦਾ ਕੋਈ ਅਸਰ ਨਾ ਹੋਏ। ਅਕਾਲ ਪਰਮਾਤਮਾ ਦਾ ਤਖਤ, ਪਰਮਾਤਮਾ ਦਾ ਤਖਤ ਤੇ ਸਾਰੇ ਥਾਵਾਂ ਤੇ ਹੈ ਭਾਈ। ਜਿੱਥੋਂ ਸੱਚ ਦੀ ਗੱਲ ਮਿਲੇ, ਜਿੱਥੇ ਸੱਚ ਦਾ ਮਨੁੱਖਤਾ ਨੂੰ, ਗਰੀਬਾਂ ਨੂੰ ਮਾਣ ਮਿਲੇ, ਜਿੱਥੇ ਦੁਖੀਆਂ ਦੇ ਦੁੱਖ ਦੂਰ ਹੋਣ, ਉਹ ਚਿੰਨ੍ਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸਥਾਨ ਤੇ ਨਿਯਤ ਕੀਤਾ। ਅਕਾਲ ਤਖਤ, ਜਿੱਥੇ ਅਕਾਲ ਦਾ ਹੀ ਵਿਧਾਨ ਹੈ। ਇਹ ਨਹੀਂ ਕਿ ਜਿਹਦੀ ਪਾਰਟੀ ਆ ਗਈ ਉਹਦੇ ਹੱਕ 'ਚ ਫੈਸਲੇ ਹੋ ਗਏ, ਉਹ ਅਕਾਲ ਤਖਤ ਨਹੀਂ ਹੈ। ਜਦੋਂ ਧੜੇ ਬੰਦੀਆਂ 'ਚ ਜੁੜ ਕੇ ਕੋਈ ਨਿਰਣੇ ਕੀਤੇ ਜਾਂਦੇ ਨੇ, ਈਰਖਾ ਦਵੈਸ ਵਿੱਚ ਆ ਕੇ, ਦਬਾਅ 'ਚ ਪਾ ਕੇ ਜਦੋਂ ਨਿਰਣੇ, ਉਦੋਂ ਅਕਾਲ ਤਖਤ ਦਾ ਫੈਸਲਾ ਨਹੀਂ ਹੁੰਦਾ। ਅਕਾਲ ਤਖਤ ਦਾ ਫੈਸਲਾ ਸਮੁੱਚੀ ਮਨੁੱਖਤਾ ਦੇ ਲਈ ਭਲੇ ਲਈ ਹੁੰਦਾ ਹੈ। ਅਕਾਲ ਤਖਤ ਦਾ ਫੈਸਲਾ ਸਮੁੱਚੀ ਮਨੁੱਖਤਾ ਦੇ ਉਧਾਰ ਲਈ ਹੁੰਦਾ ਹੈ। ਉਹ ਕੋਈ ਰਾਜਨੀਤਿਕਾਂ ਦੇ ਪ੍ਰਭਾਵ ਹੇਠ ਨਹੀਂ ਹੁੰਦਾ। ਅਕਾਲ ਤਖਤ ਹੈ ਅਕਾਲ ਦਾ ਤਖਤ, ਪਰਮਾਤਮਾ ਦਾ ਤਖਤ, ਜਿੱਥੇ ਸੱਚ ਹੀ ਹੈ। ਉਸ ਤਖਤ ਤੇ ਕੇਵਲ ਪਰਮਾਤਮਾ ਬੈਠਾ ਹੋਇਆ ਹੈ। ਸਭਨੀ ਥਾਈ ਵੇ ਪ੍ਰਵਾਹ, ਉਹ ਪਰਮਾਤਮਾ ਸਾਰੇ ਥਾਵਾਂ ਤੇ ਹੈ। ਉਹ ਬੜਾ ਬੇਪਰਵਾਹ ਹੈ, ਉਹਨੂੰ ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦਾ ਫਿਕਰ ਨਹੀਂ ਹੈ। ਤਿਸਕਾ ਖੀਆ ਤ੍ਰਿਭਵਨ ਸਾਰ। ਸਤਿਗੁਰੂ ਜੀ ਕਹਿੰਦੇ ਆ ਤਿੰਨੇ ਭਵਨ ਜਿਹੜੇ ਨੇ, ਤਿੰਨ ਭਵਨ ਦਰਤ ਪਤਾਲ ਮਾਤ ਆਕਾਸ਼ ਲੋਕ, ਭਾਵ ਜਿੰਨੇ ਤਿੰਨਾਂ ਭਵਨਾਂ ਦੇ ਲੋਕ ਨੇ, ਧਰਤੀਆਂ ਨੇ, ਇਹ ਸਭ ਕੁਝ ਉਸ ਪ੍ਰਮਾਤਮਾ ਦਾ ਕੀਤਾ ਹੋਇਆ ਹੈ। ਉਹ ਅਗੰਮ ਅਗੋਚਰ ਏਕੰਕਾਰ, ਉਹ ਪ੍ਰਮਾਤਮਾ ਆਪ ਅਗੰਮ ਹੈ, ਸਾਡੀ ਗਮਤਾ ਤੋਂ ਪਰੇ ਹੈ। ਭਾਵ ਨੂੰ ਹੱਥਾਂ ਨਾਲ ਅਸੀਂ ਫੜ ਨਹੀਂ ਸਕਦੇ, ਅੱਖਾਂ ਨਾਲ ਦੇਖ ਨਹੀਂ ਸਕਦੇ। ਅਗੋਚਰ, ਉਹ ਸਾਡੇ ਇੰਦਰੀਆਂ ਦੇ ਗੋਚਰਾ ਨਹੀਂ ਹੈ ਕਿ ਉਹਨੂੰ ਜੀਭ ਨਾਲ ਅਸੀਂ ਬਿਆਨ ਕਰ ਲਾਂਗੇ, ਕੰਨਾਂ ਨਾਲ ਅਸੀਂ ਪੂਰਨ ਤੌਰ ਤੇ ਸੁਣ ਲਾਂਗੇ, ਨਹੀਂ। ਉਹ ਏਕੰਕਾਰ, ਕੇਵਲ ਇੱਕ ਵਾਹਿਗੁਰੂ ਜੀ ਨਿਰੰਤਰ ਜੀਵਾਂ 'ਚ ਰਮਿਆ ਹੋਇਆ ਹੈ। ਏਕਾ ਮੂਰਤ ਸਾਚਾ ਨਾਉ। ਮੂਰਤ ਮੇਂ ਨਾ ਹਸਤੀ, ਮੂਰਤ ਦਾ ਅਰਥ ਤਸਵੀਰ ਕਿਤੇ ਵੀ ਨਹੀਂ ਹੈ। ਮੂਰਤ ਦਾ ਅਰਥ ਹੈ ਹਸਤੀ। ਅਕਾਲ ਮੂਰਤ, ਅਕਾਲ ਦੀ ਮੂਰਤ। ਅਕਾਲ ਦੀ ਮੂਰਤ ਕਿਹੜੀ ਹੈ? ਗੁਰਬਾਣੀ 'ਚ ਇੱਕ ਲਫ਼ਜ਼ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ, ਕਿ ਗੁਰੂ ਕੀ ਮੂਰਤ ਦਾ ਧਿਆਨ ਕਰੋ। ਗੁਰੂ ਕੀ ਮੂਰਤ ਦੇ ਅਰਥ ਨਾ ਸਮਝਦਿਆਂ ਅਸੀਂ ਘਰਾਂ 'ਚ ਆ ਤਸਵੀਰਾਂ ਲਾ ਲਈਆਂ, ਆ ਜਿਹੜੀਆਂ ਕਾਗਜ਼ਾਂ ਤੇ ਬਣੀਆਂ, ਇਹਨੂੰ ਅਸੀਂ ਗੁਰੂ ਦੀ ਮੂਰਤ ਸਮਝ ਲਿਆ। ਗੁਰੂ ਦੀ ਮੂਰਤ ਕੋਈ ਨਹੀਂ ਬਣਾ ਸਕਿਆ ਅੱਜ ਤੱਕ, ਨਾ ਕਿਸੇ ਨੂੰ ਬਣਾਉਣ ਦਾ ਅਧਿਕਾਰ ਹੈ। ਜੋ ਕੁਝ ਹੋ ਰਿਹਾ ਮਨਮਤ ਹੈ, ਗੁਰਮਤ ਦੇ ਉਲਟ ਹੈ।
ਗੁਰਮਤਿ ਦੇ ਅੰਦਰ ਤਸਵੀਰ ਦੀ ਪੂਜਾ ਦੀ ਗੱਲ ਕਿਤੇ ਨਹੀਂ ਹੈ। ਗੁਰਮਤਿ ਦੇ ਅੰਦਰ ਕੇਵਲ ਨਿਰੰਕਾਰ ਦੀ ਪੂਜਾ ਦੀ ਗੱਲ ਹੈ। ਪੂਜਾ ਅਕਾਲ ਕੀ, ਸਤਿਗੁਰੂ ਜੀ ਨੇ ਕਿਹਾ ਪੂਜਾ ਅਕਾਲ ਕੀ, ਪੂਜਾ ਕੇਵਲ ਨਿਰੰਕਾਰ ਦੀ, ਪਰਮਾਤਮਾ ਦੀ। ਇਸ ਕਰਕੇ ਅਕਾਲ ਮੂਰਤ, ਅਕਾਲ ਦੀ ਮੂਰਤ ਕਿਹੜੀ ਹੈ? ਪਰਮਾਤਮਾ ਦੀ ਮੂਰਤ ਕਿਹੜੀ ਹੈ? ਮੂਰਤ ਦਾ ਅਰਥ ਹੁੰਦਾ ਹਸਤੀ, ਮੂਰਤ ਦਾ ਅਰਥ ਹੁੰਦਾ ਸ਼ਖਸੀਅਤ। ਹੁਣ ਪਰਮਾਤਮਾ ਦੇ ਜੇ ਦੀਦਾਰ ਕਰਨੇ ਨੇ, ਉਹਦੀ ਹਸਤੀ ਨੂੰ ਦੇਖਣਾ ਨਾ, ਉਹਦਾ ਸਰੂਪ ਦੇਖਣਾ, ਤੇ ਮੂਲ ਮੰਤਰ ਪੜ੍ਹਿਆ ਕਰੋ। ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਵਧੀਆ ਸ਼ਬਦ ਚਿੱਤਰ ਪਰਮਾਤਮਾ ਦਾ ਬਣਾ ਕੇ ਸਾਨੂੰ ਦਿੱਤਾ, ਸ਼ਬਦ ਚਿੱਤਰ। ਜਦੋਂ ਤੁਸੀਂ ਪੜ੍ਹੋਗੇ, ਸੁਰਤ ਜੋੜਦੇ ਜਾਓਗੇ, ਤੁਸੀਂ ਪਰਮਾਤਮਾ ਦੇ ਦੀਦਾਰ ਕਰ ਲਓਗੇ। ਪਰ ਆਪਾਂ ਪੜ੍ਹਦੇ ਨਹੀਂ, ਅਸੀਂ ਤੇ ਕਰਦੇ ਗਿਣਤੀਆਂ। ਅਸੀਂ ਕਹਿੰਦੇ ਇੰਨੀਆਂ ਮਾਲਾ ਫੇਰ ਲੀਆਂ। ਸਾਡਾ ਧਿਆਨ ਉਹ ਮਾਲਾ ਮਕਾਉਣ 'ਚ ਹੁੰਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਉਹ ਪਰਮਾਤਮਾ ਜੋ ਏਕਾ ਮੂਰਤ ਸਾਚਾ ਨਾਉ, ਇੱਕੋ ਹੀ ਇੱਕ ਹਸਤੀ ਹੈ, ਪਰਮਾਤਮਾ ਦੀ ਸ਼ਖਸੀਅਤ ਹੈ। ਔਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਸਰਬ ਥਾਵਾਂ ਤੇ ਰਮਿਆ ਹੋਇਆ ਹੈ। ਤਿੱਥੈ ਨਿਬੜੈ ਸਾਚ ਨਿਆਉ। ਉਸ ਪਰਮਾਤਮਾ ਦੇ ਦਰ ਤੇ, ਉਸ ਪਰਮਾਤਮਾ ਦੇ ਤਖਤ ਤੇ, ਉਸ ਪਰਮਾਤਮਾ ਦੇ ਘਰ ਵਿੱਚ ਸੱਚ ਦਾ ਨਿਆਂ ਹੁੰਦਾ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ। ਉੱਥੇ ਸੱਚ ਦਾ ਨਿਬੇੜਾ ਹੁੰਦਾ ਹੈ, ਉੱਥੇ ਸੱਚ ਦਾ ਨਿਆਂ ਹੁੰਦਾ ਹੈ। ਇਹੀ ਤਾਂ ਵਾਹਿਗੁਰੂ ਦੀ ਵਡਿਆਈ ਹੈ, ਵੱਡੀ ਵਡਿਆਈ ਜਾਂ ਸੱਚ ਨਿਆਂ। ਉਹਦੀ ਵਡਿਆਈ ਹੈ ਕਿ ਉਹਦੇ ਦਰ ਤੇ ਸੱਚ ਦਾ ਨਿਆਂ ਹੈ। ਉੱਥੇ ਇਹ ਨਹੀਂ ਕਿ ਧੜੇ ਬੰਦੀਆਂ ਨਾਲ ਕੋਈ ਜਿੱਤ ਜਾਏਗਾ, ਵੋਟਾਂ ਨਾਲ ਕੋਈ ਜਿੱਤ ਜਾਏਗਾ। ਆਪਾਂ ਦੇਖਦੇ ਜਿੱਥੇ ਵੋਟਾਂ ਦੀ ਰਾਜਨੀਤੀ, ਤੁਸੀਂ ਰੱਜ ਕੇ ਖਰੀਦ ਲਓ ਵੋਟਾਂ ਤੇ ਜਿੱਤ ਜਾਓ, ਬੇਈਮਾਨ ਜਿੱਤੀ ਜਾਂਦੇ ਨੇ, ਇਮਾਨਦਾਰ ਨੁਕਰੇ ਲੱਗੇ ਹੋਏ ਨੇ। ਇਹ ਵੋਟ ਤੰਤਰ ਦੇ ਅੰਦਰ ਇਮਾਨਦਾਰ ਜਿਹੜਾ ਨੁਕਰੇ ਲੱਗਾ ਹੋਇਆ ਹੈ, ਇਮਾਨਦਾਰ ਜ਼ਿਲ੍ਹੇ 'ਚ ਬੈਠਾ ਹੋਇਆ ਹੈ, ਤੇ ਬੇਈਮਾਨ ਤਖਤਾਂ ਤੇ ਬੈਠੇ ਹੋਏ ਨੇ। ਲੇਕਿਨ ਪਰਮਾਤਮਾ ਦੇ ਦਰ ਤੇ ਸੱਚ ਦਾ ਨਿਆਂ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜ ਮੰਨ ਲਿਆ। ਸਾਹਿਬ ਜੀ ਕਹਿੰਦੇ ਪਰਮਾਤਮਾ ਦੇ ਦਰ ਤੇ ਸੱਚ ਦਾ ਨਿਬੇੜਾ ਹੁੰਦਾ, ਸੱਚ ਦਾ ਨਿਆਂ ਹੁੰਦਾ ਹੈ। ਮਨੁੱਖ ਦੁਨਿਆਵੀ ਤੌਰ ਤੇ ਜਿੰਨਾ ਮਰਜ਼ੀਆਂ ਚਤਰ ਚਲਾਕੀਆਂ ਕਰ ਲਏ, ਹੇਰਾ ਫੇਰੀਆਂ ਕਰ ਲਏ, ਦੁਨਿਆਵੀ ਅਦਾਲਤਾਂ ਖਰੀਦੀਆਂ ਜਾਂਦੀਆਂ ਨੇ, ਦੁਨਿਆਵੀ ਜੱਜ ਵਿਕ ਜਾਂਦੇ ਨੇ, ਦੁਨਿਆਵੀ ਸਿਸਟਮ ਵਿਕ ਜਾਂਦਾ ਹੈ, ਭ੍ਰਿਸ਼ਟ ਹੋ ਚੁੱਕਾ ਹੈ। ਪਰ ਇੱਕ ਰੱਬ ਦਾ ਸਿਸਟਮ ਜਿਹੜਾ ਹੈ ਨਾ, ਉਹ ਕਦੀ ਭ੍ਰਿਸ਼ਟ ਨਹੀਂ ਹੋ ਸਕਦਾ। ਰੱਬ ਦੇ ਦਰ ਤੇ ਨਿਆਂ ਹੈ। ਆਖਰ ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ। ਕੂੜ ਤਬਾਹ ਹੋ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ। ਆਪਾਂ ਦੇਖਦੇ ਹਾਂ ਬੜੀਆਂ ਹੇਰਾ ਫੇਰੀਆਂ ਦੇ ਨਾਲ, ਚਤਰ ਚਲਾਕੀਆਂ ਨਾਲ ਲੋਕੀ ਤਖਤੋਂ ਤਾਜ ਲੈ ਲੈਂਦੇ ਨੇ, ਪਰ ਹਾਲਾਤ ਕੀ ਬਣਦੇ ਨੇ? ਆਖਰ ਤੇ ਸੱਚ ਦਾ ਨਿਬੇੜਾ ਹੁੰਦਾ ਹੈ। ਸਾਚੀ ਕਰਨੀ ਪਤ ਪਰਵਾਨ, ਪਰਮਾਤਮਾ ਦੇ ਦਰ ਤੇ ਮਨੁੱਖ ਦੀ ਕਰਨੀ ਦੇਖੀ ਜਾਂਦੀ ਹੈ। ਸਤਿਗੁਰੂ ਜੀ ਨੇ ਕਿਹਾ ਸੀ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਵਾਹਿਗੁਰੂ ਜੀ ਦੇ ਦਰ ਤੇ ਸ਼ੁਭ ਅਮਲਾਂ ਦੀ ਵਿਚਾਰ ਕੀਤੀ ਜਾਂਦੀ। ਉੱਥੇ ਕਰਨੀ ਕੀਰਤ ਵਾਚੀ ਹੈ, ਉੱਥੇ ਕਰਨੀ ਦੀ ਗੱਲ ਕੀਤੀ ਜਾਂਦੀ ਕਿ ਮਨੁੱਖ ਨੇ ਕੰਮ ਕਿਹੋ ਜਿਹੇ ਨੇ। ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ ਗੁਰਬਾਣੀ ਅੰਦਰ ਥਾਂ ਥਾਂ ਤੇ ਕਿ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗੇ ਆਏ ਕੰਮ। ਜਿਹੜੇ ਅਮਲ ਅਸੀਂ ਕਰਦੇ ਨਾ, ਕਰਮ ਅਸੀਂ ਕਰਦੇ, ਉਹ ਦਰਗਾਹ 'ਚ ਕੰਮ ਆਉਣੇ ਨੇ। ਦੁਨਿਆਵੀ ਤੌਰ ਤੇ ਦੇਖੋ ਰੁਤਬੇ, ਧਨ ਦੌਲਤ, ਇਹ ਗੁਜ਼ਰਾਨ ਹੈ, ਮਾੜੇ ਨਹੀਂ ਹੈ। ਪਰ ਪਰਮਾਤਮਾ ਦੇ ਦਰ ਤੇ ਕੋਈ ਬਾਹਰੀ ਸ਼ੋਹਰਤ ਕੰਮ ਨਹੀਂ ਆਉਣੀ, ਬਾਹਰੀ ਭੇਖ ਕੰਮ ਨਹੀਂ ਹੋਣਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਪਰਮਾਤਮਾ ਦੇ ਦਰ ਤੇ ਕਰਨੀ ਪ੍ਰਧਾਨ ਹੈ। ਕਰਨੀ ਵਾਲੇ ਨੂੰ ਉੱਥੇ ਇੱਜ਼ਤ ਮਿਲਦੀ ਹੈ, ਉਹਨੂੰ ਮਾਣ ਮਿਲਦਾ ਹੈ। ਸਾਚੀ ਦਰਗਾਹ ਪਾਵੈ ਮਾਣ, ਤੇ ਪਰਮਾਤਮਾ ਦੀ ਦਰਗਾਹ ਵਿੱਚ, ਸੱਚੀ ਦਰਗਾਹ ਦੇ ਅੰਦਰ ਉਹ ਮਨੁੱਖ ਮਾਣ ਪ੍ਰਾਪਤ ਕਰ ਲੈਂਦਾ ਜਿਹਦੀ ਕਰਨੀ ਵਧੀਆ ਹੈ, ਜਿਹਦੇ ਕਰਮ ਮਹਾਨ ਨੇ। ਸਤਿਗੁਰੂ ਸਾਹਿਬ ਜੀ ਨੇ ਕਿ ਕਰਨੀ ਬਾਝੋਂ ਘਟੇ ਘਟ, ਜਹ ਕਰਨੀ ਤੈਂ ਪੂਰੀ ਮਤ। ਜਿਸ ਮਨੁੱਖ ਦੀ ਕਰਨੀ ਵਧੀਆ ਹੈ ਉਹ ਮਨੁੱਖ ਮਹਾਨ ਹੈ, ਤੇ ਕਰਨੀ ਤੋਂ ਬਿਨਾਂ ਬੰਦਾ ਘਾਟੇ 'ਚ ਹੀ ਰਹਿੰਦਾ ਹੈ, ਕਰਨੀ ਤੋਂ ਬਿਨਾਂ ਬੰਦਾ ਦੁਖੀ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਵਾਰ-ਵਾਰ ਇਹ ਗੱਲ ਕਹੀ ਹੈ ਕਿ ਸਾਚੀ ਦਰਗਹਿ ਪਾਵੇ ਮਾਣ। ਜਿਸ ਮਨੁੱਖ ਨੇ ਗੁਰੂ ਦੀ ਮੱਤ ਦੇ ਰਾਹੀਂ ਆਪਣੀ ਕਰਨੀ ਵਧੀਆ ਬਣਾ ਲਈ। ਗੱਲ ਚੱਲੀ ਸੀ ਕਿ ਰੱਬ ਦੇ ਦੀਦਾਰ ਕਿਵੇਂ ਹੋ ਸਕਦੇ ਨੇ। ਗੁਰਬਾਣੀ ਕਹਿੰਦੇ ਰੱਬ ਦੇ ਦੀਦਾਰ ਕਰਨੇ, ਗੁਰੂ ਰਾਹੀਂ ਆਪਣੀ ਕਰਨੀ ਵਧੀਆ ਬਣਾ ਲਓ, ਆਪਣੇ ਕਰਮ ਵਧੀਆ ਬਣਾ ਲਓ। ਰੱਬ ਦੇ ਦੀਦਾਰ ਹੀ ਨਹੀਂ ਕਰਨੇ, ਮਨੁੱਖ ਨੇ ਤੇ ਰੱਬ ਬਣਨਾ ਹੈ। ਮਨੁੱਖ ਤੇ ਰੱਬ ਬਣਨ ਲਈ ਆਇਆ। ਹੁਣ ਰੱਬ ਕਦੋਂ ਬਣੇਗਾ? ਰੱਬ ਸੱਚ ਹੈ, ਮਨੁੱਖ ਸੱਚ ਨਾਲ ਜੁੜ ਜੇ ਰੱਬ ਬਣ ਜਾਏਗਾ। ਰੱਬ ਸਰਬੱਤ ਦਾ ਭਲਾ ਕਰਦਾ ਹੈ, ਬੰਦਾ ਵੀ ਸਰਬੱਤ ਦੇ ਭਲੇ ਦੀ ਗੱਲ ਕਰੇ, ਇਹ ਰੱਬ ਬਣਦਾ ਜਾਏਗਾ। ਜਿੰਨਾ ਜਿੰਨਾ ਤੁਸੀਂ ਦੈਵੀ ਗੁਣਾਂ ਨੂੰ ਆਪਣੀ ਜ਼ਿੰਦਗੀ ਅੰਦਰ ਧਾਰਨ ਕਰੀ ਜਾਓਗੇ,
ਉਨਾ ਹੀ ਤੁਸੀਂ ਰੱਬ ਬਣਦੇ ਜਾਓਗੇ। ਜਿੰਨਾ ਤੁਸੀਂ ਦੈਵੀ ਗੁਣਾਂ ਨਾਲ ਟੁੱਟਦੇ ਜਾਓਗੇ, ਉਹਨਾਂ ਤੁਸੀਂ ਰੱਬ ਤੋਂ ਦੂਰ ਤੁਰੇ ਚਲੇ ਜਾਓਗੇ, ਰੱਬ ਤੋਂ ਹਟਵੇਂ, ਰੱਬ ਤੋਂ ਬੇਮੁਖ ਹੁੰਦੇ ਜਾਓਗੇ। ਰੱਬ ਤੋਂ ਬੇਮੁਖ ਹੋ ਕੇ ਕੀ ਹੈ, ਫਿਰ ਨਰਕਾਂ ਦੇ ਵਾਸੀ ਬਣ ਜਾਣਗੇ। ਨਰਕ ਕੋਈ ਐ ਸਰੀਰ ਤਿਆਗਣ ਤੋਂ ਬਾਅਦ ਨਹੀਂ ਹੈ। ਐਸੀ ਜ਼ਿੰਦਗੀ 'ਚ ਆਪਾਂ ਨਰਕ ਭੋਗ ਰਹੇ ਹਾਂ। ਆਪਾਂ ਦੇਖਦੇ ਕਿੰਨੀ ਚਿੰਤਾ ਹੈ, ਕਿੰਨੇ ਫਿਕਰ ਨੇ, ਕਿੰਨੀਆਂ ਪਰੇਸ਼ਾਨੀਆਂ ਨੇ। ਜਿਨ੍ਹਾਂ ਜਿਨ੍ਹਾਂ ਇਮਾਨਦਾਰੀ ਨਾਲ, ਸੱਚ ਦੇ ਨਾਲ, ਜਿਨ੍ਹਾਂ ਜਿਨ੍ਹਾਂ ਪਰਉਪਕਾਰ ਦੇ ਨਾਲ, ਸਰਬੱਤ ਦੇ ਭਲੇ ਨਾਲ ਅਸੀਂ ਜੁੜਦੇ ਜਾਵਾਂਗੇ, ਉਹਨਾਂ ਹੀ ਰੱਬ ਬਣਦੇ ਜਾਵਾਂਗੇ। ਸਤਿਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਨੇ ਕਰਨੀ ਆਪਣੀ ਗੁਰੂ ਦੇ ਰਾਹੀਂ ਵਧੀਆ ਬਣਾ ਲਈ, ਉਹ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਂਦੇ ਨੇ। ਏਕਾ ਭਗਤ ਏਕੋ ਹੈ ਭਾਉ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਇੱਕੋ ਵਾਹਿਗੁਰੂ ਜੀ ਦੀ ਭਗਤੀ ਹੀ ਨਿਸ਼ਾਨਾ ਹੁੰਦਾ। ਇੱਕ ਵਾਹਿਗੁਰੂ ਜੀ ਦੇ ਪਿਆਰ ਵਿੱਚ ਹੀ ਉਹ ਜੁੜੇ ਰਹਿੰਦੇ ਨੇ। ਬਿਨ ਭੈ ਭਗਤੀ ਆਵੋ ਜਾਓ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦੀ ਭਾਉ ਭਗਤੀ ਤੋਂ ਬਿਨਾਂ, ਜੇ ਮਨੁੱਖ ਦੇ ਅੰਦਰ ਪਰਮਾਤਮਾ ਦਾ ਅਦਬ ਨਹੀਂ ਹੈ, ਡਰ ਨਹੀਂ ਹੈ, ਉਹਦਾ ਪਿਆਰ ਨਹੀਂ ਹੈ, ਤੇ ਮਨੁੱਖ ਭਰਮ ਭਟਕ ਰਿਹਾ ਹੈ। ਆਉਣਾ ਜਾਣਾ ਕੋਈ ਇਹ ਨਹੀਂ ਕਿ ਸਰੀਰ ਛੱਡਿਆ ਤੇ ਬਾਅਦ 'ਚ ਜੰਮਣਾ ਮਰਨਾ, ਉਹ ਤੇ ਗੱਲ ਵਾਹਿਗੁਰੂ ਜਾਣਦਾ ਕੀ ਹੈ ਕੀ ਨਹੀਂ ਹੈ। ਇਸ ਸਰੀਰ ਵਿੱਚ ਵੀ ਤੇ ਅਸੀਂ ਭਟਕ ਰਹੇ ਹਾਂ। ਇਸ ਸਰੀਰ ਵਿੱਚ ਵੀ ਤੇ ਸਾਡਾ ਮਨ ਥਿਰ ਨਹੀਂ ਹੈ। ਕਬਹੂ ਜੀੜਾ ਉਹ ਵਿਚੜਤ ਹੈ, ਕਬਹੂ ਜਾਏ ਪਿਆਲੇ। ਸਰੀਰ ਤਿਆਗਣ ਤੋਂ ਬਾਅਦ ਅਸੀਂ ਕੀ ਹੋਣਾ ਹੈ ਤੇ ਪ੍ਰਮਾਤਮਾ ਜਾਣਦਾ। ਜਿਉਂਦੇ ਜੀ ਪਤਾ ਨਹੀਂ ਕਿੰਨੇ ਕੁ ਅਸੀਂ ਨਰਕ ਭੋਗ ਲੈਂਦੇ ਹਾਂ। ਜਿਉਂਦੇ ਕੋਈ ਜੀ ਕਿੰਨੇ ਕੁ ਆਪਾਂ ਨਰਕਾਂ ਦੀ ਅੱਗ ਸਣਦੇ ਹਾਂ। ਉਹ ਅੱਗ ਜਿਹੜੀ ਨਰਕਾਂ ਦੀ ਧਾਰਮਿਕ ਲੋਕਾਂ ਨੇ ਕਹੀ ਹੈ, ਉਹ ਤੇ ਕਿਸੇ ਨੇ ਆ ਕੇ ਦੱਸੀ ਨਹੀਂ ਕਿੰਨੀ ਕੁ ਹੈ। ਤੇ ਚਲੋ ਧਰਮ ਗ੍ਰੰਥਾਂ 'ਚ ਹੀ ਦੱਸਿਆ ਗਿਆ ਹੈ ਨਾ, ਪਰ ਜਿਹੜੀ ਅੱਗ ਸਾਡੇ ਅੰਦਰ ਬਲ ਰਹੀ ਹੈ, ਸਤਿਗੁਰੂ ਜੀ ਕਹਿੰਦੇ ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਸਾਡੇ ਮਨ ਵਿੱਚ ਤਾਂ 5 ਤਰ੍ਹਾਂ ਦੀ ਅੱਗ ਬਲ ਰਹੀ। ਹੁਣ 5 ਤਰ੍ਹਾਂ ਦੀ ਅੱਗ, ਇਹ ਅੱਗ ਬੜੀ ਖਤਰਨਾਕ ਹੈ। ਚਿੰਤਾ ਦੀ ਅੱਗ, ਕ੍ਰੋਧ ਦੀ ਅੱਗ, ਈਰਖਾ ਦੀ ਅੱਗ, ਹੋਰ ਕਈ ਤਰ੍ਹਾਂ ਦੀ ਅੱਗ ਸਾਡੇ ਅੰਦਰ। ਸਤਿਗੁਰੂ ਜੀ ਕਹਿੰਦੇ ਇਹ ਅੱਗ ਦੇ ਵਿੱਚ ਬੰਦਾ ਸੜਦਾ ਰਹਿੰਦਾ ਜੇ ਵਾਹਿਗੁਰੂ ਜੀ ਦੀ ਭਗਤੀ ਨਹੀਂ ਹੈ, ਜੇ ਵਾਹਿਗੁਰੂ ਜੀ ਦੇ ਪਿਆਰ 'ਚ ਨਹੀਂ ਜੁੜਿਆ। ਗੁਰ ਤੇ ਸਮਝ ਰਹਿ ਮਹਿਮਾਨ, ਜਿਨ੍ਹਾਂ ਨੇ ਗੁਰੂ ਪਾਸੋਂ ਗਿਆਨ ਪ੍ਰਾਪਤ ਕਰ ਲਿਆ, ਗੁਰੂ ਪਾਸੋਂ ਸਮਝ ਪ੍ਰਾਪਤ ਕਰ ਲਈ, ਰਹਿ ਮਹਿਮਾਨ, ਉਹ ਇਸ ਜਗਤ ਵਿੱਚ ਮਹਿਮਾਨ ਬਣ ਕੇ ਰਹਿੰਦੇ ਨੇ, ਪ੍ਰਾਹੁਣੇ ਬਣ ਕੇ ਰਹਿੰਦੇ ਨੇ। ਅਸੀਂ ਮਾਲਕ ਬਣ ਕੇ ਰਹਿੰਦੇ ਨੇ ਕਿ ਇਹ ਘਰ ਮੇਰਾ ਹੈ, ਇਹ ਧਰਤੀ ਮੇਰੀ ਹੈ, ਇਹ ਰਾਜ ਮੇਰਾ ਹੈ। ਉਸ ਇਸ ਮਲਕੀਅਤ ਲਈ ਲੜ ਰਿਹਾ ਬੰਦਾ, ਮਰ ਰਿਹਾ ਬੰਦਾ। ਪਰ ਜਿਹੜੇ ਦੁਨੀਆ ਚਾਹੁੰਦੇ ਨੇ ਦਾਵਾ ਛੱਡ ਹੋਏ ਪ੍ਰਾਹੁਣਾ ਜੱਗ ਵਿੱਚ, ਭਾਈ ਗੁਰਦਾਸ ਜੀ ਕਹਿੰਦੇ ਉਹ ਪ੍ਰਾਹੁਣਾ ਬਣ ਕੇ ਰਹਿੰਦਾ ਹੈ। ਦਰਅਸਲ ਇਹ ਜਗਤ ਇਵੇਂ ਹੈ। ਸਤਿਗੁਰੂ ਜੀ ਕਹਿੰਦੇ ਨੇ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸਹਿ ਪ੍ਰਭਾਤ। ਜਿਵੇਂ ਪ੍ਰਾਹੁਣੇ ਮੁਸਾਫਰ ਨਹੀਂ ਆਉਂਦੇ, ਮੁਸਾਫਰ ਰਾਤ ਬਤੀਤ ਕਰਦੇ ਤੇ ਚਲੇ ਜਾਂਦੇ ਨੇ। ਅਸੀਂ ਵੀ ਇੱਕ ਰਾਤ ਹੀ ਬਤੀਤ ਕਰਨ ਲਈ ਆਏ, ਜ਼ਿੰਦਗੀ ਇੱਕ ਰਾਤ। ਪਰ ਬੰਦਾ ਇਸ ਦੁਨੀਆ ਦੇ ਅੰਦਰ ਹੀ ਪ੍ਰਾਹੁਣਾ ਨਹੀਂ, ਆਪਣੇ ਆਪ ਨੂੰ ਮਾਲਕ ਸਮਝਦਾ ਹੈ, ਸਰਾਂ ਦਾ ਮਾਲਕ ਸਮਝਦਾ ਹੈ। ਮੁਕਾਮ ਤਾਂ ਕਰ ਜਾਣੀਏ ਜਾਂ ਨਿਹ ਰਹਿ ਨਿਸ਼ਚਲ ਲੋਕ। ਸਤਿਗੁਰੂ ਜੀ ਕਹਿੰਦੇ ਇਹਨੂੰ ਮੁਕਾਮ ਤੇ ਤਾਂ ਗਿਣੋ ਜੇ ਦੁਨੀਆ ਨੇ ਥਿਰ ਰਹਿਣਾ। ਅੱਜ ਤੱਕ ਥਿਰ ਤਾਂ ਕੋਈ ਨਹੀਂ ਰਿਹਾ। ਨਿਤ ਚੱਲਣੇ ਕੀ ਧੋਖ ਹੈ ਇੱਥੇ। ਪਤਾ ਹੀ ਨਹੀਂ ਹੈ ਕਿੰਨੇ ਡਰ ਨੇ ਸਾਡੇ ਅੰਦਰ, ਮੌਤ ਨਾ ਆ ਜਾਏ, ਸਾਡੇ ਤੇ ਕੋਈ ਬਿਪਤਾ ਨਾ ਆ ਜਾਏ, ਤੇ ਫਿਰ ਅਸੀਂ ਕਹਿੰਦੇ ਜੀ ਮਾਲਕ ਆਪਾਂ ਇੱਥੋਂ ਦੇ। ਸਾਡੇ ਤੇ ਹੱਥ ਵਿੱਚ ਕੁਝ ਨਹੀਂ ਹੈ। ਅਸੀਂ ਤੇ ਪ੍ਰਾਹੁਣੇ ਆਏ ਸਾਂ, ਇੱਥੇ ਰਾਤ ਬਤੀਤ ਕਰਨ ਲਈ ਆਏ ਹਾਂ। ਪ੍ਰਾਹੁਣੇ ਇਹੋ ਜਿਹੇ ਬਣ ਕੇ ਰਹੀਏ। ਕਹਿੰਦੇ ਤਰਕਾੜਾਂ ਦਾ ਵੇਲਾ, ਸਟੇਸ਼ਨ ਤੇ ਇੱਕ ਗੱਡੀ ਖੜੀ ਹੁੰਦੀ ਹੈ, ਦੁਨੀਆ ਉਤਰਦੀ, ਆਪੋ ਆਪਣੇ ਘਰਾਂ ਨੂੰ ਤੁਰ ਪੈਂਦੀ। ਕੁਝ ਮੁਸਾਫਰਾਂ ਦੇ ਘਰ ਦੂਰ ਨੇ, ਹਨੇਰਾ ਹੋ ਗਿਆ, ਸੋਚਦੇ ਕਿੱਧਰ ਜਾਈਏ। ਕਿਸੇ ਨੇ ਕਿਹਾ ਲਾਗੇ ਇੱਕ ਸਰਾਂ ਹੈਗੀ ਹੈ, ਸਰਾਂ ਵਿੱਚ ਚਲੇ ਜਾਓ। ਸਰਾਂ ਵਿੱਚ ਜਾਂਦੇ ਨੇ, ਸਰਾਂ ਦੇ ਸੇਵਾਦਾਰ ਨੇ ਉਹਨਾਂ ਨੂੰ ਚਾਬੀਆਂ ਦਿੱਤੀਆਂ ਕਮਰਿਆਂ 'ਚ। ਪਰਿਵਾਰ ਚਾਹ ਵੜੇ। ਇੱਕ ਕਮਰੇ 'ਚ ਪਰਿਵਾਰ ਵੜਦਾ ਹੈ ਤੇ ਉਹ ਜਾ ਕੇ ਤਾਲਾ ਖੋਲ੍ਹਿਆ, ਅੰਦਰ ਬੈਠ ਗਏ। ਉਹਨਾਂ ਕੋਈ ਸਫਾਈ ਨਹੀਂ ਕੀਤੀ, ਖਾਧਾ ਪੀਤਾ, ਗੰਦਗੀ ਪਾਈ, ਰਾਤ ਬਤੀਤ ਕੀਤੀ, ਸਵੇਰੇ ਉੱਠ ਕੇ ਚਲੇ ਜਾਂਦੇ ਨੇ। ਇੱਕ ਨਾਲ ਦੇ ਕਮਰੇ 'ਚ ਵੀ ਮੁਸਾਫਰ ਠਹਿਰੇ ਨੇ। ਅੰਦਰ ਵੜਦਿਆਂ ਹੀ ਉਹ ਵਿਅਕਤੀ ਦੇ ਮੂੰਹ ਤੇ ਗੱਲ ਨਿਕਲੀ, ਰੱਬਾ ਕਿੰਨੇ ਚੰਗੇ ਚੰਗੇ ਲੋਕ ਨੇ ਧਰਤੀ ਤੇ, ਲੋਕਾਂ ਦੇ ਸੁੱਖ ਲਈ ਕਿੰਨੇ ਸਾਧਨ ਬਣਾਏ ਨੇ। ਦੇਖੋ ਲੋਕਾਂ ਦੇ ਸੁੱਖਾਂ ਲਈ ਕਿੰਨੇ ਪਰਉਪਕਾਰ ਸਰਾਵਾਂ ਬਣਾਈਆਂ ਨੇ, ਕਿੰਨੇ ਥਾਂ ਥਾਂ ਤੇ ਲੰਗਰ ਲਾਏ ਨੇ। ਦਰਅਸਲ ਆਪਾਂ ਦੇਖਦੇ ਹਾਂ ਕਿ ਮਨੁੱਖੀ ਸਮਾਜ ਵਿੱਚ ਚੰਗਾ ਦੇਖਣ ਦੀ ਦ੍ਰਿਸ਼ਟੀ ਹੈ ਨਹੀਂ ਹੈ, ਔਗਣ ਦੇਖਣਾ ਹੀ ਸੁਭਾਅ ਹੈ। ਔਰ ਇੰਨਾ ਖਤਰਨਾਕ ਸੁਭਾਅ ਮਨੁੱਖ ਦਾ ਬਣ ਗਿਆ, ਲੋਕਾਂ ਦੇ ਗੁਣਾਂ ਨੂੰ ਵੀ ਔਗਣ ਬਣਾ ਕੇ ਪੇਸ਼ ਕਰਦਾ ਹੈ, ਗੁਣਾਂ ਨੂੰ ਵੀ ਔਗਣ ਬਣਾ ਕੇ ਪੇਸ਼ ਕਰਦਾ। ਤੁਸੀਂ ਦੇਖਦੇ ਹੀ ਸਾਡਾ ਹਿੰਦੁਸਤਾਨ ਦਾ ਮੀਡੀਆ ਕਿੰਨਾ ਨਿਕੰਮਾ ਹੋ ਚੁੱਕਾ ਹੈ। ਇੱਕ ਬੰਨੇ ਮਹਾਮਾਰੀ ਪਸਰੀ, ਥਾਂ ਥਾਂ ਤੇ ਲੰਗਰ ਲੱਗੇ ਹੋਏ ਨੇ, ਉਹ ਲੰਗਰ ਲਾਉਣ ਵਾਲਿਆਂ ਨੂੰ ਵੀ ਅੱਤਵਾਦੀ ਦੱਸਦਾ ਹੈ, ਦੇਸ਼ ਧਰੋਹੀ ਗਿਣੇ ਜਾਂਦੇ। ਇਹ ਸੋਚ ਹੈ ਸਾਡੀ ਇਸ ਮੀਡੀਆ ਦੀ, ਸਾਡੀ ਇਸ ਲੁਕਾਈ ਦੀ, ਹਿੰਦੁਸਤਾਨ ਦੇ ਲੋਕਾਂ ਦੀ।
ਕੋਈ ਵਿਰਲੀ ਸੋਚ ਹੈ ਜਿਹੜੀ ਕਹਿੰਦੀ ਕਿ ਰੱਬਾ ਕਿੰਨੇ ਚੰਗੇ ਚੰਗੇ ਲੋਕ ਨੇ ਜਿਹੜੇ ਲੋਕਾਂ ਦੇ ਸੁੱਖਾਂ ਲਈ, ਲੋਕਾਂ ਦੀਆਂ ਸਹੂਲਤਾਂ ਲਈ ਇੰਨੀਆਂ ਵਧੀਆ ਚੀਜ਼ਾਂ ਬਣਾ ਰਹੇ ਨੇ। ਵਿਰਲੀ ਸੋਚ ਹੈ ਔਰ ਉਹਨਾਂ ਦੇ ਉਸ ਸੋਚ ਦੇ ਆਸਰੇ ਤੇ ਦੁਨੀਆ ਚੱਲ ਰਹੀ ਹੈ। ਮਤਾ ਸੋਚਣਾ ਜਿਹੜੇ ਨਾਲ ਪੁਲਿਸ ਦੀਆਂ ਡਾਰਾਂ ਲਈ ਫਿਰਦੇ, ਇਹਨਾਂ ਦੇ ਆਸਰੇ ਤੇ ਸਮਾਜ ਚੱਲ ਰਿਹਾ ਜਾਂ ਇਹਨਾਂ ਦੇ ਆਸਰੇ ਕੋ ਮੁਲਕ ਚੱਲ ਰਿਹਾ। ਇਹਦੇ ਆਪ ਡਰਦੇ ਫਿਰਦੇ ਨੇ। ਇਹ ਇਕੱਲੇ ਜਿਹੜੇ ਆਪਣੀ ਪ੍ਰਜਾ 'ਚ ਨਹੀਂ ਫਿਰ ਸਕਦੇ, ਇਹਨਾਂ ਮੁਲਕ ਕੀ ਚਲਾਉਣਾ? ਇਹਦੇ ਆਪ ਡਰਦੇ ਫਿਰਦੇ ਨੇ। ਇਸ ਕਰਕੇ ਇਹ ਮੁਲਕ, ਸਮਾਜ, ਦੁਨੀਆ ਚੱਲ ਰਹੀ ਹੈ ਧਰਮੀ ਲੋਕਾਂ ਦੇ ਆਸਰੇ ਤੇ। ਜਿਸ ਵੇਲੇ ਵਿਅਕਤੀ ਨੇ ਗੱਲ ਕਹੀ ਤੇ ਕੋਲੋਂ ਧਰਮ ਪਤਨੀ ਕਹਿਣਗੀ ਚਲੋ ਜਿਨ੍ਹਾਂ ਨੂੰ ਰੱਬ ਨੇ ਸਮਰੱਥਾ ਦਿੱਤੀ ਉਹਨਾਂ ਸਰਾਵਾਂ ਬਣਾਤੀਆਂ, ਲੰਗਰ ਲਗਾ ਦਿੱਤੇ। ਜੇ ਸਾਡੇ 'ਚ ਇੰਨੀ ਸਮਰੱਥਾ ਨਹੀਂ ਤੇ ਆਪਾਂ ਜਿਸ ਕਮਰੇ 'ਚ ਠਹਿਰੇ ਇਹਨੂੰ ਵਧੀਆ ਬਣਾ ਦਈਏ। ਝਾੜੂ ਚੁੱਕਿਆ, ਸਾਫ਼ ਕਰਤਾ, ਚਾਦਰਾਂ ਝਾੜੀਆਂ, ਜਾਲੇ ਜੂਲੇ ਝਾੜੇ, ਉਹ ਸੌਂ ਗਏ, ਰਾਤ ਬਤੀਤ ਕੀਤੀ। ਰਾਤ ਨੂੰ ਜੋ ਫਲ ਫਰੂਟ ਖਾਧਾ ਪੀਤਾ ਉਹ ਵੀ ਸਵੇਰੇ ਸਫਾਈ ਕਰਕੇ ਕੋਲੋਂ ਕੁਝ ਕੈਲੰਡਰ ਲਾਏ ਸਰਾਂ ਵਿੱਚ, ਤੇ ਇਹ ਵੀ ਚੱਲਦੇ ਬਣੇ। ਹੁਣ ਪਹਿਲੇ ਕਮਰੇ ਜਦੋਂ ਵੜਦਾ ਨਾ ਆ ਕੇ ਬੰਦਾ ਸੇਵਾਦਾਰ, ਇਹਨਾਂ ਫਰਮਾ ਰਹੇ ਰੱਬਾ ਕਿਹੋ ਜਿਹੇ ਲੋਕ ਆਉਂਦੇ ਸਰਾਂ 'ਚ, ਕਮਰੇ ਨੂੰ ਗੰਦਿਆਂ ਕਰਕੇ, ਕਿੰਨੀ ਗੰਦਗੀ ਪਾਈ ਹੈ, ਚਾਦਰਾਂ ਵੀ ਖਰਾਬ ਕਰ ਗਏ ਨੇ। ਤੇ ਜਦੋਂ ਦੂਜੇ ਕਮਰੇ 'ਚ ਵੜਦੇ ਨਾ, ਦੂਜੇ ਕਮਰੇ 'ਚ ਵੜਦਿਆਂ ਕਹਿਣ ਲੱਗਾ ਪ੍ਰਮਾਤਮਾ ਇਹੋ ਜਿਹੇ ਮੁਸਾਫਰ ਤੇ ਰੋਜ਼ ਹੀ ਦੁਨੀਆ ਤੇ ਆਉਣ ਜਿਨ੍ਹਾਂ ਸਰਾਂ ਨੂੰ ਹੀ ਸੋਹਣੀਆਂ ਬਣਾ ਦਿੱਤਾ, ਕਿੰਨਾ ਸੋਹਣਾ ਕਮਰਾ ਆਸੇ ਪਾਸੇ ਤੋਂ ਸਾਫ਼ ਕਰ ਦਿੱਤਾ, ਇਹੋ ਜਿਹੇ ਮੁਸਾਫਰ ਰੋਜ਼ ਆਉਣ। ਇਹ ਦੁਨੀਆ ਮੁਸਾਫਰ ਖਾਨਾ ਹੈ। ਅਸੀਂ ਪ੍ਰਾਹੁਣੇ ਬਣ ਕੇ ਆਏ, ਮੁਸਾਫਰ ਬਣ ਕੇ ਆਏ ਹਾਂ। ਇੱਥੇ ਬੈਠੇ ਕਿਸੇ ਨੇ ਨਹੀਂ ਰਹਿਣਾ। ਜਿਹੜਾ ਸਰਾਂ ਨੂੰ ਵਿਗਾੜ ਕੇ ਜਾਏਗਾ ਉਹਨੇ ਵੀ ਚਲਿਆ ਜਾਣਾ ਹੈ, ਜਿਹੜਾ ਸਰਾਂ ਨੂੰ ਸਵਾਰ ਕੇ ਜਾਏਗਾ ਉਹਨੇ ਵੀ ਚਲਿਆ ਜਾਣਾ ਹੈ। ਪਰ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਸਰਾਂ ਨੂੰ ਸਵਾਰਦੇ ਨੇ। ਇਹ ਦੁਨੀਆ ਸਰਾਂ ਹੈ, ਧਰਤੀ ਸਰਾਂ ਹੈ, ਸਮਾਜ ਸਰਾਂ ਹੈ। ਅਸੀਂ ਬੈਠੇ ਨਹੀਂ ਰਹਿਣਾ। ਸਮਾਜ ਨੂੰ ਵਿਗਾੜਨ ਵਾਲੇ ਬਹੁਤ ਨੇ, ਸਮਾਜ 'ਚ ਬੁਰਾਈਆਂ ਪੈਦਾ ਕਰਨ ਵਾਲੇ ਬਹੁਤ ਨੇ, ਸਮਾਜ ਨੂੰ ਤਬਾਹ ਕਰਨ ਵਾਲੇ ਬਹੁਤ ਨੇ। ਪਰ ਲੋੜ ਹੈ ਸਮਾਜ ਨੂੰ ਬਚਾਉਣ ਵਾਲਿਆਂ ਦੀ। ਔਰ ਚੇਤੇ ਉਹਨਾਂ ਨੂੰ ਕੀਤਾ ਜਾਏਗਾ ਜਿਹੜੇ ਸਮਾਜ ਦੀ ਭਲਾਈ ਲਈ ਕਰਮ ਕਰਨਗੇ, ਸਮਾਜ ਦੀ ਸੇਵਾ ਦੇ ਲਈ। ਗੁਰਬਾਣੀ ਨੇ ਇੱਕ ਨਿਰਣਾ ਦਿੱਤਾ, ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਰੱਬ ਦੀ ਦਰਗਾਹ 'ਚ ਤੁਸੀਂ ਤਾਂ ਪ੍ਰਵਾਨ ਹੋਗੇ ਜੇ ਇਹ ਮਨੁੱਖਤਾ ਦੀ ਸੇਵਾ ਕਰੋਗੇ, ਸਮਾਜ ਦੀ ਸੇਵਾ ਕਰੋਗੇ, ਦੁਨੀਆ ਦੀ ਸੇਵਾ ਕਰੋਗੇ, ਇਸ ਸਰਾਂ ਨੂੰ ਵਧੀਆ ਬਣਾਉਣ ਦਾ ਯਤਨ ਕਰੋਗੇ। ਇਹ ਦੁਨੀਆ ਸਰਾਂ ਹੈ। ਜਿਹੜਾ ਸਮਝ ਲੈਂਦਾ ਗੁਰ ਤੇ ਸਮਝ ਰਿਹਾ ਮਹਿਮਾਨ, ਉਹ ਗੁਰੂ ਦੇ ਗਿਆਨ ਨਹੀਂ ਸਮਝ ਕੇ ਇਸ ਦੁਨੀਆ 'ਚ ਪ੍ਰਾਹੁਣਾ ਬਣ ਕੇ ਰਹਿੰਦਾ, ਮਾਲਕ ਬਣ ਕੇ ਨਹੀਂ ਰਹਿੰਦਾ। ਉਹ ਤਾਂ ਕਹਿੰਦਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹਰ ਰਸ ਰਾਤਾ ਜਨ ਪਰਵਾਨ, ਉਹ ਵਾਹਿਗੁਰੂ ਜੀ ਦਾ ਪਿਆਰਾ ਵਾਹਿਗੁਰੂ ਜੀ ਦੇ ਰਸ 'ਚ ਹੀ ਰੰਗਿਆ ਰਹਿੰਦਾ ਹੈ। ਉਹ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਇਤ ਉਤ ਦੇਖੋ ਸਹਿਜੇ ਰਾਵੋ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਮੈਂ ਜਿੱਧਰ ਵੀ ਦੇਖਦਾ ਹਾਂ ਪਰਮਾਤਮਾ ਹੀ ਨਜ਼ਰ ਆ ਰਿਹਾ ਹੈ। ਸਹਿਜ ਦਾ ਅਰਥ ਹੈ ਆਤਮਿਕ ਅਡੋਲਤਾ। ਟਿਕ ਕੇ ਗੁਰੂ ਕੇ ਗਿਆਨ ਰਾਹੀਂ ਮੈਂ ਪਰਮਾਤਮਾ ਨੂੰ ਨਿਤ ਚੇਤੇ ਕਰਦਾ। ਜਿੱਧਰ ਦੇਖਦਾ ਉੱਧਰ ਹੀ ਪਰਮਾਤਮਾ ਹੈ। ਤੁਝ ਬਿਨ ਠਾਕੁਰ ਕਿਸੇ ਨਾ ਭਾਵੋ। ਹੇ ਵਾਹਿਗੁਰੂ ਜੀਓ, ਮੈਂ ਤੁਹਾਡੇ ਤੋਂ ਬਿਨਾਂ ਹੋਰ ਕਿਸੇ ਬੰਨੇ ਨਾ ਜਾਵਾਂ, ਮੈਨੂੰ ਕੋਈ ਹੋਰ ਚੀਜ਼ ਚੰਗੀ ਨਾ ਲੱਗੇ ਤੁਹਾਡੇ ਤੋਂ ਬਿਨਾਂ। ਮੇਰੇ ਤੇ ਰਹਿਮਤ ਕਰ ਦਿਓ ਕਿ ਮੈਨੂੰ ਤੁਹਾਡੇ ਤੋਂ ਬਿਨਾਂ ਹੋਰ ਕੁਝ ਵੀ ਵਧੀਆ ਨਾ ਲੱਗੇ। ਜਿੱਥੇ ਜਾਵਾਂ ਤੁਸੀਂ ਨਜ਼ਰ ਆਓ, ਹਰ ਹਿਰਦੇ 'ਚੋਂ ਤੁਹਾਡੇ ਦੀਦਾਰ ਹੋਣ। ਨਾਨਕ ਹਉਮੈ ਸ਼ਬਦ ਜਲਾਇਆ। ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਗੱਲ ਇਹ ਸੀ, ਦਰਸ਼ਨ ਕੋ ਲੋਚੇ ਸਭ ਕੋਈ। ਹਰ ਕੋਈ ਰੱਬ ਦੇ ਦਰਸ਼ਨ ਕਰਨਾ ਚਾਹੁੰਦਾ। ਦਰਸ਼ਨ ਦੇ ਲਈ ਬਹੁਤ ਦੁਨੀਆ ਤੇਰੇ ਦਰਸ਼ਨ ਕੋ ਕੀਤੀ ਬਿਲ ਲਾਏ। ਰੱਬ ਦੇ ਦਰਸ਼ਨਾਂ ਲਈ ਬੜੀ ਦੁਨੀਆ ਤਰਲੋ ਮੱਛੀ ਹੋ ਰਹੀ ਹੈ, ਪਰ ਰੱਬ ਦੇ ਦਰਸ਼ਨ ਕਰਦਾ ਕੌਣ ਹੈ? ਸਤਿਗੁਰੂ ਜੀ ਕਹਿੰਦੇ ਨਾਨਕ ਹਉਮੈ ਸ਼ਬਦ ਜਲਾਇਆ। ਹੇ ਨਾਨਕ ਜੀ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੇ ਰਾਹੀਂ ਆਪਣੇ ਅੰਦਰ ਹਉਮੈ ਨੂੰ ਖਤਮ ਕਰ ਲਿਆ, ਸਾੜ ਲਿਆ। ਸਤਿਗੁਰ ਸਾਚਾ ਦਰਸ ਦਿਖਾਇਆ। ਸਤਿਗੁਰੂ ਨੇ ਰਾਰੇ ਨੂੰ ਸਿਹਾਰੀ ਹੈ। ਸਤਿਗੁਰੂ ਨੇ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਾ ਦਿੱਤੇ, ਸੱਚ ਦੇ ਦੀਦਾਰ ਕਰਾ ਦਿੱਤੇ। ਉਹਨਾਂ ਨੂੰ ਸੱਚ ਮਿਲ ਗਿਆ ਸਾਰੇ ਥਾਵਾਂ ਤੋਂ। ਉਹ ਫਿਰ ਦੇਖਦੇ ਨੇ ਕਿ ਇਹ ਸਾਰੀ ਦੁਨੀਆ ਹੀ ਰੱਬ ਦਾ ਘਰ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਇਸ ਬਿਰਤੀ 'ਚ ਰਹਿੰਦੇ ਨੇ ਕਿ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਪਰਮਾਤਮਾ ਤੋਂ ਬਿਨਾਂ ਹੈ ਹੀ ਕੁਝ ਨਹੀਂ ਤੇ ਮਾੜਾ ਕਿਹਨੂੰ ਕਹੀਏ। ਉਹ ਤੇ ਸਾਰੇ ਥਾਵਾਂ ਤੋਂ ਰੱਬ ਦੇ ਦੀਦਾਰ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਇਹ ਪਾਵਨ ਅਮੋਲ ਸ਼ਬਦ, ਜਿਹਦੇ ਰਾਹੀਂ ਸਤਿਗੁਰੂ ਜੀ ਨੇ ਕਿਹਾ ਕਿ ਦੁਨੀਆ ਰੱਬ ਦੇ ਦੀਦਾਰ ਕਰਨਾ ਚਾਹੁੰਦੀ। ਬੜੇ ਲੋਕ ਤਰਲੋ ਮੱਛੀ ਹੋ ਰਹੇ ਨੇ, ਪਰ ਦਰਸ਼ਨ ਹੁੰਦੇ ਨੇ ਜਦੋਂ ਬੰਦਾ ਜ਼ਿੰਦਗੀ 'ਚ ਇੱਕ ਧਰਮ ਦਾ ਧਾਰਨੀ ਬਣ ਜੇ, ਸੱਚ ਧਰਮ ਦਾ ਧਾਰਨੀ। ਗੁਰੂ ਦੇ ਰਾਹੀਂ ਸੱਚ ਦੀ ਸੋਝੀ ਪ੍ਰਾਪਤ ਕਰ ਲਏ। ਗੁਰੂ ਰਾਹੀਂ ਔਗਣਾਂ ਤੋਂ ਮੁਕਤ ਹੋ ਕੇ, ਹੰਕਾਰ ਤੋਂ ਮੁਕਤ ਹੋ ਕੇ ਉਸ ਪਰਮ ਪਿਤਾ ਪਰਮਾਤਮਾ ਦੇ ਪਿਆਰ ਜੁੜ ਕੇ ਰੱਬੀ ਗੁਣਾਂ ਨੂੰ ਧਾਰਨ ਕਰ ਲਏ।
ਫਿਰ ਜਿੱਥੇ ਜਾਏਗਾ ਸਾਰੇ ਥਾਵਾਂ ਤੇ ਉਹਨੂੰ ਪ੍ਰਮਾਤਮਾ ਦੇ ਦੀਦਾਰ ਹੋਣਗੇ। ਫਿਰ ਜੈ ਜਾਈਏ ਤਹਾਂ ਸੁਹੇਲੇ, ਜਿੱਥੇ ਜਾਏਗਾ ਉੱਥੇ ਸੁਖੀ ਰਹੇਗਾ। ਸੁਖ ਕਿਸੇ ਘਰ 'ਚ ਨਹੀਂ ਹੈ, ਸੁਖ ਕਿਸੇ ਥਾਂ 'ਚ ਨਹੀਂ ਹੈ, ਖੁਸ਼ ਕਿਸੇ ਖਾਸ ਬੰਦੇ ਕੋਲ ਨਹੀਂ ਹੈ, ਸੁਖ ਕਿਸੇ ਵਸਤੂ ਵਿੱਚ ਨਹੀਂ ਹੈ। ਸੁਖ ਸਾਰੇ ਥਾਵਾਂ ਤੇ ਹੈ, ਪਰ ਉਹ ਸੁਖ ਮੰਨਣ ਦੀ ਇੱਕ ਬਿਰਤੀ ਹੈ ਕਿ ਤੁਹਾਡੀ ਸੁਰਤ ਵਿੱਚ ਸੁਖ ਵਸ ਜਾਏ, ਸੱਚ ਵਸ ਜਾਏ। ਜਦੋਂ ਸੁਰਤ ਵਿੱਚ ਸੱਚ ਵਸ ਗਿਆ, ਰਸਨਾ ਤੇ ਸੱਚ ਗਿਆ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਬਿਨ ਕੋਈ। ਮਨ 'ਚ ਸੱਚ ਹੋਏ, ਕੰਨਾਂ ਨਾਲ ਸੱਚ ਸੁਣੇ, ਰਸਨਾ ਤੋਂ ਸੱਚ ਬੋਲੇ, ਅੱਖਾਂ ਨਾਲ ਸੱਚ ਦੇਖੇ, ਸੱਚ ਦਾ ਸਾਥ ਦੇਵੇ, ਸੱਚ ਦਾ ਸਾਥ ਦੇਵੇ। ਜਿੱਥੇ ਸੱਚ ਦੀ ਗੱਲ ਹੋਏ ਡਟ ਜਾਏ, ਉੱਥੇ ਖੜਾ ਹੋ ਜਾਏ। ਗੁਰਮਤਿ ਕਹਿੰਦੀ ਇਹ ਮਾਰਗ ਸਿਰ ਤਲੀ ਤੇ ਧਰ ਕੇ ਤਰਨ ਦਾ ਮਾਰਗ ਹੈ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੇ ਆਓ। ਇਹ ਜੇ ਸੱਚ ਦੇ ਮਾਰਗ ਤੇ ਚੱਲਣਾ ਹੈ ਨਾ, ਫਿਰ ਸਿਰ ਤਲੀ ਤੇ ਧਰਨਾ ਪਏਗਾ, ਕਿਉਂਕਿ ਝੂਠ ਦੇ ਪਾਂਦੀ ਤੁਹਾਨੂੰ ਚੱਲਣ ਨਹੀਂ ਦੇਣਗੇ, ਸੱਚ ਦੇ ਪਾਂਦੀ ਨੂੰ ਚੱਲਣ ਨਹੀਂ ਦੇਣਗੇ। ਪਰ ਸੱਚ ਦਾ ਪਾਂਦੀ ਜਿਹੜਾ ਹੈ ਨਾ, ਸਿਰ ਦੀਜੈ ਕਾਣ ਨਾ ਕੀਜੈ, ਆਪਣਾ ਸਿਰ ਦੇ ਦਿੰਦਾ ਪਰ ਸੱਚ ਤੋਂ ਪਿੱਛੇ ਨਹੀਂ ਹਟਦਾ। ਜਿਹਨੂੰ ਗੁਰੂ ਦੇ ਰਾਹੀਂ ਸੱਚ ਦੀ ਸੋਝੀ ਹੋ ਗਈ, ਉੱਥੇ ਸਾਰੇ ਥਾਵਾਂ ਤੇ ਸੱਚ ਨੂੰ ਦੇਖਦਾ ਹੈ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਪਾਵਨ ਅਮੋਲ ਬਚਨ ਸਾਡੇ ਹਿਰਦਿਆਂ 'ਚ ਵਸਣ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨ। ਪਿਆਰ ਸਹਿਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।